ਅੱਜ ਬੜੀ ਦਿਲਚਸਪ ਗੱਲਬਾਤ ਚੱਲਣ ਲੱਗੀ ਆ ਕਿ ਜਿਹੜਾ ਸੈਲਫ ਲਵ ਆ, ਆਪਣੇ ਆਪ ਨੂੰ ਖੁਸ਼ ਰੱਖਣਾ, ਖੁਸ਼ ਰਹਿਣਾ, ਆਪਣੇ ਆਪ ਲਈ ਕੁਝ ਕਰਨਾ, ਆਪਣੇ ਆਪ ਲਈ ਸ਼ੌਪ ਕਰ ਲੈਣਾ, ਕੋਈ ਚੀਜ਼ ਖਰੀਦ ਲੈਣੀ, ਆਪਣੇ ਆਪ ਲਈ ਨੂੰ ਗਿਫਟ ਲੈ ਦੇਣਾ, ਕਿ ਜਿਹੜਾ ਸੈਲਫ ਲਵ ਆ ਇਹ ਖੁਦਗਰਜ਼ੀ ਹੈ। ਕਈ ਲੋਕ ਕਹਿੰਦੇ ਕਿ ਇਹ ਤਾਂ ਖੁਦਗਰਜ਼ੀ ਹੋਈ, ਤੁਸੀਂ ਆਪਣੇ ਆਪ ਲਈ ਜੋ ਮਰਜ਼ੀ ਕਰ ਦਿੰਦੇ ਹੋ। ਸਾਨੂੰ ਕਈ ਵੈਲਿਊਜ਼ ਇਹੋ ਜਿਹੀਆਂ ਸਿਖਾਈਆਂ ਗਈਆਂ ਕਿ ਆਪ ਭਾਵੇਂ ਤੰਗ ਰਹੋ ਲੇਕਿਨ ਦੂਸਰਿਆਂ ਦਾ ਖਿਆਲ ਰੱਖੋ, ਦੂਸਰਿਆਂ ਨੂੰ ਚੀਜ਼ਾਂ ਲੈ ਕੇ ਦਿਓ, ਦੂਸਰਿਆਂ ਲਈ ਕੁਝ ਕਰੋ, ਔਰ ਆਪ ਬੇਸ਼ੱਕ ਤੁਸੀਂ ਨਾ ਖੁਸ਼ ਵੀ ਰਹੋ, ਤਕਲੀਫ 'ਚ ਵੀ ਰਹੋ, ਤਕਲੀਫ 'ਚ ਰਹਿ ਕੇ ਹੀ ਦੂਸਰਿਆਂ ਦੀ ਸੇਵਾ ਕਰਨੀ ਜਾਂ ਦੂਜਿਆਂ ਦੀ ਭਲਾਈ ਕਰਨੀ ਜਾਂ ਦੂਜੇ ਲੋਕਾਂ ਨੂੰ ਫਾਇਦਾ ਪਹੁੰਚਾਉਣਾ, ਇਹੀ ਰੀਅਲ ਜ਼ਿੰਦਗੀ ਹੈ। ਪਰ ਹੁਣ ਕਨਸੈਪਟ ਬਦਲ ਰਹੇ ਨੇ ਔਰ ਨਵੀਂ ਜਨਰੇਸ਼ਨ ਕਹਿ ਰਹੀ ਹੈ ਕਿ ਨੋ, ਪਹਿਲਾਂ ਮੈਂ ਆਪਣੇ ਆਪ ਨੂੰ ਖੁਸ਼ ਕਰਨਾ ਚਾਹੁੰਦਾ, ਮੈਂ ਆਪਣੇ ਆਪ ਨੂੰ ਠੀਕ ਕਰਨਾ ਚਾਹੁੰਦਾ, ਆਈ ਵਾਂਟ ਟੂ ਲਵ ਮਾਈ ਸੈਲਫ, ਫਿਰ ਉਸ ਤੋਂ ਬਾਅਦ ਦੇਖਾਂਗੇ ਕਿ ਹੋਰ ਕਿਸੇ ਨੂੰ ਖੁਸ਼ ਕੀਤਾ ਜਾ ਸਕਦਾ ਜਾਂ ਨਹੀਂ। ਸੋ ਇਸ ਦੇ ਉੱਤੇ ਅੱਜ ਗੱਲਬਾਤ ਚੱਲੇਗੀ। ਬਲਵਿੰਦਰ ਕੌਰ ਗਿੱਲ ਜੀ ਮੇਰੇ ਨਾਲ ਸ਼ਾਮਲ ਹੋਣਗੇ ਔਰ ਇੱਕ ਫਲਸਫਾ ਇਹ ਵੀ ਆ ਕਿ ਜਿਹੜੇ ਲੋਕ ਆਪ ਹੀ ਖੁਸ਼ ਨਹੀਂ ਗੇ, ਉਹਨਾਂ ਨੇ ਖੁਸ਼ੀ ਕਿੱਥੋਂ ਵੰਡਣੀ ਹੈ। ਜਿਹਦੇ ਕੋਲ ਆਪ ਹੀ ਰੋਟੀ ਹੈ ਨਹੀਂ, ਉਹ ਦੂਜਿਆਂ ਨੂੰ ਰੋਟੀ ਕਿੱਥੋਂ ਦੇ ਸਕਦਾ? ਉਹੀ ਚੀਜ਼ ਦੇ ਸਕਦੇ ਹੋ ਜਿਹੜੀ ਤੁਹਾਡੇ ਕੋਲ ਹੋਵੇ। ਕੀ ਇਹ ਗੱਲ ਸੱਚੀ ਹੈ? ਬਲਵਿੰਦਰ ਗਿੱਲ ਜੀ, ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਜੀ। ਥੈਂਕ ਯੂ ਮਿਸਟਰ ਤੈਨ। ਪਹਿਲਾਂ ਤਾਂ ਮੈਨੂੰ ਦੱਸੋ, ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਕਿ ਸੈਲਫ ਲਵ ਜਾਂ ਆਪਣੇ ਆਪ ਨੂੰ ਖੁਸ਼ ਰੱਖਣਾ, ਆਪਣੇ ਆਪ ਨੂੰ ਖੁਸ਼ ਕਰਨ ਲਈ ਆਪਣੇ 'ਤੇ ਹੀ ਧਿਆਨ ਦੇਣਾ, ਕੀ ਇਹ ਖੁਦਗਰਜ਼ੀ ਆ ਜਾਂ ਕਿ ਜਿਹੜੀ ਸਾਡੀ ਵੈਲਿਊ ਸਾਨੂੰ ਦਿੱਤੀਆਂ ਹੋਈਆਂ ਨੇ ਕਿ ਆਪ ਭਲਾ ਤਕਲੀਫ 'ਚ ਰਹੋ ਪਰ ਦੂਜੇ ਲੋਕਾਂ ਨੂੰ ਖੁਸ਼ ਕਰੋ, ਦੂਸਰਿਆਂ ਦੇ ਕੰਮ ਆਓ, ਇਹੀ ਰੀਅਲ ਜ਼ਿੰਦਗੀ ਤੇ ਰੀਅਲ ਖੁਸ਼ੀ ਹੈ? ਹਾਂਜੀ ਮਿਸਟਰ ਤੈਨ, ਜਿਵੇਂ ਤੁਸੀਂ ਕਿਹਾ ਕਿ ਆਪਣੇ ਆਪ ਦੀ ਸੈਲਫ ਕੇਅਰ, ਸੋ ਸਭ ਤੋਂ ਪਹਿਲਾਂ ਤਾਂ ਐਕਚੁਅਲੀ ਆਈ ਥਿੰਕ ਵੈਲੈਂਟਾਈਨ ਡੇ ਵੀ ਆ ਇਸ ਵੀਕ ਦੇ ਵਿੱਚ, ਸੋ ਬਹੁਤ ਵਧੀਆ ਟੌਪਿਕ ਉਹਦੇ ਨਾਲ ਰਿਲੇਟਡ ਹੈ, ਸੈਲਫ ਲਵ। ਸੋ ਅੱਜ ਐਕਚੁਅਲੀ ਅਸੀਂ ਜਿਹੜੀ ਗੱਲ ਕਰਾਂਗੇ, ਆਮ ਅਸੀਂ ਜਿਹੜਾ ਸੈਲਫ ਲਵ ਹੈ ਨਾ ਮਿਸਟਰ ਤੈਨ, ਇਸ ਕਲਚਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੇ ਅਸੀਂ ਆਪਦੇ ਆਪ ਨੂੰ ਸਪਾ ਦੇ ਵਿੱਚ ਲੈ ਗਏ, ਜੇ ਆਪਦੇ ਲਈ ਅਸੀਂ ਕੋਈ ਵਧੀਆ ਚੀਜ਼ ਬਾਏ ਕਰ ਲਈ, ਜੇ ਅਸੀਂ ਆਪਦੇ ਲਈ ਕੋਈ ਵਧੀਆ ਕਾਰ ਬਾਏ ਕਰ ਲਈ, ਜਾਂ ਅਸੀਂ ਆਪਦੇ ਲਈ ਕੁਛ ਵੀ ਕਰ ਲਿਆ ਐਕਸਟਰਨਲ ਲੈਵਲ ਤੇ, ਅਸੀਂ ਉਹਨੂੰ ਅੱਜ ਕੱਲ੍ਹ ਸੈਲਫ ਲਵ ਮੰਨੀ ਬੈਠੇ ਹਾਂ, ਜਿਹੜਾ ਕਿ ਅਸੀਂ ਬਹੁਤ ਸਾਲਾਂ ਤੋਂ ਪਹਿਲਾਂ ਵਾਲੇ ਲੋਕਾਂ ਨਾਲੋਂ ਜ਼ਿਆਦਾ ਕਰ ਰਹੇ ਹਾਂ, ਪਰ ਅਸੀਂ ਜ਼ਿਆਦਾ ਸਟ੍ਰੈਸਫੁਲ ਹਾਂ, ਰਾਈਟ। ਤੋ ਪਹਿਲਾਂ ਵਾਲੇ ਲੋਕਾਂ ਨਾਲੋਂ ਅਸੀਂ ਜ਼ਿਆਦਾ ਆਪਦੇ ਬਾਹਰਲੀਆਂ ਚੀਜ਼ਾਂ ਦੀ ਸਹੂਲਤ ਦੇ ਰਹੇ ਹਾਂ ਆਪਦੇ ਆਪ ਨੂੰ, ਪਰ ਕਿਤੇ ਨਾ ਕਿਤੇ ਆਪਾਂ ਜ਼ਿਆਦਾ ਸਟ੍ਰੈਸਫੁਲ ਹਾਂ ਜਿਹੜੇ ਉਹ ਲੋਕ ਸੀ। ਸੋ ਅੱਜ ਜਿਹੜੀ ਅਸੀਂ ਮਿਸਟਰ ਤੈਨ ਗੱਲ ਕਰਾਂਗੇ, ਉਹ ਗੱਲ ਕਰਾਂਗੇ ਕਿ ਜਿਹੜਾ ਸੈਲਫ ਲਵ ਹੈ ਕੀ ਆ, ਕਿ ਉਹ ਆਪਦੇ ਆਪ ਨੂੰ ਸਪਾ ਤੇ ਲੈ ਕੇ ਜਾਣਾ, ਆਪਦੇ ਆਪ ਲਈ ਵਧੀਆ ਕਾਰ ਲੈਣਾ, ਜਾਂ ਆਪਦੇ ਆਪ ਲਈ ਕੋਈ ਬਾਹਰਲੀ ਚੀਜ਼ ਲੈਣਾ ਸੈਲਫ ਲਵ ਆ, ਜਾਂ ਇੱਕ ਅੰਦਰ ਦਾ ਕਨਸੈਪਟ ਆ ਜਿਹੜਾ ਕਿ ਸਾਨੂੰ ਅਜੇ ਗ੍ਰਾਸਪ ਨਹੀਂ ਅਸੀਂ ਕਰ ਰਹੇ, ਬਿਕਾਜ਼ ਅਸੀਂ ਸੈਲਫ ਲਵ ਬਾਹਰਲੀ ਚੀਜ਼ ਨੂੰ ਬਣਾਇਆ, ਪਰ ਅੰਦਰੋਂ ਅਸੀਂ ਆਪਦੇ ਆਪ ਨੂੰ ਸੈਲਫ ਲਵ ਕਿਵੇਂ ਕਰਨਾ, ਅੰਦਰੋਂ ਜਿਹੜੇ ਸਾਡੇ ਕਨਸੈਪਟ ਆ ਸੈਲਫ ਲਵ ਬਾਰੇ ਕੀ ਆ, ਅੱਜ ਅਸੀਂ ਉਹਨਾਂ ਤੇ ਥੋੜਾ ਡਿਸਕਸ ਕਰਾਂਗੇ। ਹੁਣ ਤੁਸੀਂ ਗੱਲ ਕੀਤੀ ਕਾਰ ਦੀ ਹੋਈ, ਜਿਹੜਾ ਪਿਤਾ ਆਪ ਟੁੱਟੀ ਹੋਈ ਕਾਰ ਚਲਾਉਂਦਾ ਪਰ ਆਪਣੇ ਬੱਚਿਆਂ ਨੂੰ ਉਹ ਨਵੀਆਂ ਕਾਰਾਂ ਲੈ ਕੇ ਦਿੰਦਾ, ਸਾਡੀ ਸੁਸਾਇਟੀ 'ਚ ਇਹ ਸਮਝਿਆ ਜਾਂਦਾ ਕਿ ਇਹ ਬੰਦਾ ਚੰਗਾ ਹੈ, ਇਹ ਆਪਣੀ ਸਾਰੀ ਜ਼ਿੰਦਗੀ, ਆਪਣੀ ਕਮਾਈ ਆਪਣੇ ਬੱਚਿਆਂ 'ਤੇ ਲਾ ਰਿਹਾ, ਉਹਨਾਂ ਨੂੰ ਖੁਸ਼ ਕਰ ਰਿਹਾ, ਉਹਨਾਂ ਦੀ ਇਹ ਭਲਾਈ ਚਾਹੁੰਦਾ ਹੈ, ਉਹਨਾਂ ਦਾ ਇਮੇਜ ਅੱਛਾ ਰਹੇ, ਉਹਨਾਂ ਨੂੰ ਕੋਈ ਤਕਲੀਫ ਨਾ ਆਵੇ। ਸੋ ਆਪ ਭਾਵੇਂ ਟੁੱਟੀ ਹੋਈ ਕਾਰ 'ਚ ਘੁੰਮਦਾ ਲੇਕਿਨ ਦੂਸਰਿਆਂ ਲਈ ਇਹ ਕੰਮ ਆ ਰਿਹਾ, ਆਪ ਮਾੜੇ ਕੱਪੜੇ ਪਾ ਕੇ ਰੱਖਣੇ, ਪਰਿਵਾਰ ਦੇ ਹੋਰ ਜੀਆਂ ਨੂੰ ਚੰਗੇ ਕੱਪੜੇ ਲੈ ਕੇ ਦੇਣੇ। ਇਹ ਸਾਡੀ ਸੁਸਾਇਟੀ ਚੰਗੀ ਗੱਲ ਸਮਝੀ ਗਈ, ਪਰ ਇਹ ਹੈ ਚੰਗੀ ਜਾਂ ਨਹੀਂ, ਜਾਂ ਬਦਲ ਰਹੀ ਸੁਸਾਇਟੀ ਦੇ ਵਿੱਚ ਇਹ ਕੰਡੈਮ ਹੋ ਚੁੱਕੀ? ਦੇਖੋ ਮਿਸਟਰ ਤੈਨ, ਜਿਹੜਾ ਆਹ ਵਾਲਾ ਕਨਸੈਪਟ ਹੈ ਥੋੜਾ ਡਿਫਰੈਂਟ ਆ। ਜਿਵੇਂ ਇੱਕ ਫਾਦਰ ਤੁਸੀਂ ਕਹਿੰਦੇ ਆ ਕਿ ਆਪਣੇ ਬੱਚਿਆਂ ਨੂੰ ਕਾਰ ਲੈ ਕੇ ਦਿੰਦਾ, ਤੇ ਜਿਹੜੀ ਆਪਣੀ, ਸੋ ਮੋਸਟਲੀ ਜਿਹੜੇ ਸਾਡੇ ਕਲਚਰ ਦੇ ਵਿੱਚ ਆ ਨਾ, ਕਿ ਜਿਹੜੇ ਸਾਡੇ ਬਚਪਨ ਦੇ ਐਕਸਪੀਰੀਅੰਸ ਹੁੰਦੇ ਇੱਕ ਪੈਰੈਂਟ ਦੇ, ਉਹ ਆਪਦੇ ਬੱਚੇ ਤੇ ਵੀ ਉਦਾਂ ਦੇ ਹੀ ਥੋਪਦਾ। ਸੋ ਫੋਰ ਐਗਜ਼ਾਮਪਲ, ਜੇ ਇੱਕ ਇੱਕ ਬਾਪ ਨੂੰ ਆਈਸਕ੍ਰੀਮ ਨਹੀਂ ਮਿਲੀ ਜਦੋਂ ਛੋਟਾ ਸੀ, ਤੇ ਉਹਦੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਕੀ ਚੀਜ਼ ਖਵਾਊਗਾ? ਆਈਸਕ੍ਰੀਮ ਖਾਊਗਾ। ਸ਼ਾਇਦ ਉਹਦੇ ਬੱਚਿਆਂ ਨੂੰ ਲੋੜ ਵੀ ਨਾ ਹੋਵੇ ਆਈਸਕ੍ਰੀਮ ਦੀ, ਰਾਈਟ, ਉਹਦੇ ਬੱਚਿਆਂ ਨੂੰ ਸ਼ਾਇਦ ਚੰਗੀ ਵੀ ਨਾ ਲੱਗੇ ਆਈਸਕ੍ਰੀਮ ਦੀ। ਸੋ ਬੇਸਿਕਲੀ ਜਿਹੜੀਆਂ ਅਸੀਂ ਫੁਲਫਿਲ ਆਪਣੇ ਬੱਚਿਆਂ ਲਈ ਚੀਜ਼ਾਂ ਕਰਦੇ ਹਾਂ, ਇਹਨਾਂ ਦੀ ਕਿਤੇ ਨਾ ਕਿਤੇ ਐਜ਼ ਅ ਗਰੋਇੰਗ ਅਪ ਅਸੀਂ ਕਮੀ ਦੇਖੀ ਵੀ ਆ, ਐਂਡ ਇਸੇ ਹੀ ਕਮੀ ਨੂੰ ਅਸੀਂ ਆਪਣੇ ਬੱਚਿਆਂ ਨੂੰ ਦੇ ਕੇ ਆਪਦੇ ਅੰਦਰ ਦੀ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਦੀਆਂ ਲੋੜਾਂ ਵੀ, ਪਰ ਬਦਲਦੇ ਵਕਤ ਦੇ ਨਾਲ ਅਸੀਂ ਇਹ ਨਹੀਂ ਸੋਚਦੇ ਵੀ ਠੀਕ ਆ, ਅਸੀਂ ਆਈਸਕ੍ਰੀਮ ਨਹੀਂ ਖਾਧੀ ਜਦੋਂ ਅਸੀਂ ਵੱਡੇ ਹੋ ਰਹੇ ਸੀ, ਪਰ ਦੂਸਰੇ ਇਨਸਾਨ ਨੂੰ ਪੁੱਛ ਲਈ ਵੀ ਤੈਨੂੰ ਲੋੜ ਵੀ ਆਈਸਕ੍ਰੀਮ ਦੀ ਕਿ ਨਹੀਂ, ਜਾਂ ਮੈਂ ਉਹੀ ਦੇ ਰਿਹਾ ਵਾਂ ਬਿਕਾਜ਼ ਮੇਰੇ ਅੰਦਰੋਂ ਨਿਕਲ ਰਹੀ ਆ। ਸੋ ਹਾਂਜੀ, ਜਿਹੜਾ ਮਿਸਟਰ ਤੈਨ, ਜਿਹੜਾ ਆਪਣੇ ਕਲਚਰ ਦੇ ਵਿੱਚ ਨਾ ਅਸੀਂ ਮੰਨਿਆ ਵਾ ਕਿ ਪਿਆਰ ਦੂਜੇ ਤੋਂ ਆਉਣਾ ਚਾਹੀਦਾ। ਸੋ ਫੋਰ ਐਗਜ਼ਾਮਪਲ, ਜਦੋਂ ਸਾਨੂੰ ਦੂਜਾ ਕਹੇ ਆਈ ਲਵ ਯੂ, ਬੜਾ ਵਧੀਆ ਲੱਗਦਾ। ਆਪਦੇ ਆਪ ਨੂੰ ਕਹੀਏ ਆਈ ਲਵ ਯੂ, ਆਈ ਲਵ ਮੀ, ਕੋਈ ਸੈਂਸ ਹੀ ਨਹੀਂ ਬਣਦਾ।
ਰਾਈਟ, ਆਪਾਂ ਉਹ ਚੀਜ਼ ਨੂੰ ਤੁਸੀਂ ਦੇਖੋ, ਤਵੱਜੋ ਦੇ ਕੇ ਦੇਖੋ, ਬੜਾ ਚੰਗਾ ਲੱਗਦਾ ਕੰਨਾਂ ਨੂੰ ਜਦੋਂ ਕੋਈ ਕਵੇ ਆਈ ਲਵ ਯੂ, ਪਰ ਜਦੋਂ ਆਪਦੇ ਆਪ ਨੂੰ ਕਹੀਏ ਕਿ ਆਈ ਲਵ ਮੀ, ਇਹ ਸਾਨੂੰ ਸੁਣਨ ਦੇ ਵਿੱਚ ਵੀ ਔਕਵਰਡ ਲੱਗਦਾ ਵੀ ਇਹ ਜੇ ਤਾਂ ਫਰੇਜ਼ ਵੀ ਕੋਈ ਹੈ ਨਹੀਂ ਕਿ ਆਈ ਲਵ ਮੀ ਕੀ ਹੁੰਦਾ ਵਾ। ਨਾ ਮਨੋਵਿਗਿਆਨਕ ਤੌਰ ਤੇ ਆਪਣੇ ਆਪ ਨੂੰ ਪਿਆਰ ਕਰਨ ਦੀ ਜਿਹੜੀ ਲਾਲਸਾ ਸਮਝ ਲਓ ਜਾਂ ਆਪਣੇ ਆਪ ਨੂੰ ਪਿਆਰ ਕਰਨ ਦੀ ਜ਼ਰੂਰਤ ਕਿਉਂ ਮਹਿਸੂਸ ਕਰਦੇ ਹੋ? ਜੀ ਹਾਂ ਮਿਸਟਰ ਤਿੰਨ, ਸੋ ਆਪਣੇ 'ਚ ਜਿਹੜਾ ਸੈਲਫ ਜਿਹੜਾ ਲਵ ਆ ਉਹਨੂੰ ਡਿਵੈਲਪਮੈਂਟ ਆਪਦੇ ਅੰਦਰ ਹੋਣਾ। ਸੋ ਬੇਸਿਕਲੀ ਸਾਡਾ ਜਿਹੜਾ ਦੂਸਰਿਆਂ ਪ੍ਰਤੀ ਪਿਆਰ ਉਦੋਂ ਹੀ ਵੱਧ ਸਕਦਾ ਜਦੋਂ ਅਸੀਂ ਆਪਦੇ ਅੰਦਰ ਨਾਲ ਵੀ ਜੁੜੇ ਹੋਈਏ, ਜਦੋਂ ਸਾਡਾ ਅੰਦਰੋਂ ਆਪਦੇ ਨਾਲ ਵੀ ਪਿਆਰ ਹੋਵੇ। ਐਂਡ ਸਾਡਾ ਅੰਦਰੋਂ ਆਪਦੇ ਪਿਆਰ ਨਾਲ ਪਿਆਰ ਕਿਉਂ ਨਹੀਂ ਬਣ ਪਾਉਂਦਾ? ਤੁਸੀਂ ਦੇਖੋ ਕਿ ਬਚਪਨ 'ਚ ਵੀ ਜਦੋਂ ਮੈਂ ਵੀ ਗਲਤੀ ਕੀਤੀ ਜਾਂ ਤੁਸੀਂ ਵੀ ਕੋਈ ਗਲਤੀ ਕੀਤੀ ਜਾਂ ਕਿਸੇ ਵੀ ਬੱਚੇ ਨੇ ਗਲਤੀ ਕੀਤੀ ਤੇ ਮਾਂ-ਬਾਪ ਉਹਨੂੰ ਕਿਸ ਤਰੀਕੇ ਨਾਲ ਰਿਸੀਵ ਕਰਦਾ, ਉਹਨੂੰ ਅਬੈਂਡਨ ਕਰਦੇ ਆ, ਉਹਨੂੰ ਗੁੱਸਾ ਹੁੰਦੇ ਆ, ਉਹਨੂੰ ਕ੍ਰਿਟਿਸਾਈਜ਼ ਕਰਦੇ ਆ। ਸੋ ਅੱਜ ਵੀ ਜੇ ਸਾਥੋਂ ਗਲਤੀ ਹੁੰਦੀ ਆ ਤੇ ਅਸੀਂ ਆਪਦੇ ਆਪ ਨੂੰ ਕੀ ਕਰਦੇ ਆ? ਅਸੀਂ ਉਹੀ ਚੀਜ਼ ਕਰਦੇ ਆ ਜੋ ਸਾਡੇ ਮਾਂ-ਬਾਪ ਨੇ ਸਾਡੇ ਨਾਲ ਕੀਤੀ ਵੀ ਆ। ਕੀ ਕੰਡੀਸ਼ਨਸ ਨੇ ਉਹ ਜਿਸ ਦੇ ਅਧੀਨ ਇਹ ਚੰਗੀ ਗੱਲ ਹੋਊਗੀ ਕਿ ਤੁਸੀਂ ਆਪਣੇ ਆਪ ਨੂੰ ਪਹਿਲਾਂ ਪਿਆਰ ਕਰੋ? ਮੈਂ ਤਾਂ ਇਹ ਵੀ ਸੁਣਿਆ ਕਈ ਲੋਕਾਂ ਦਾ ਇਹ ਕਹਿਣਾ ਕਿ ਜੇ ਤੁਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰਦੇ, ਇਫ ਯੂ ਡੋਂਟ ਲਵ ਯੋਰਸੈਲਫ, ਤੁਸੀਂ ਦੂਜਿਆਂ ਨੂੰ ਪਿਆਰ ਹੀ ਨਹੀਂ ਕਰ ਸਕਦੇ। ਇਹ ਗੱਲ ਸੱਚੀ? ਜੀ ਹਾਂ ਮਿਸਟਰ ਤਿੰਨ, ਤੇ ਤੁਸੀਂ ਆਮ ਦੇਖੋ ਜਿਹੜੇ ਆਪਣੇ ਰਿਸ਼ਤੇ ਵੀ ਆ, ਇਹ ਐਕਚੁਅਲੀ ਪਿਆਰ ਤੇ ਬੇਸ ਨਹੀਂ ਹੈਗੇ, ਇਹ ਸਾਡੀ ਭੁੱਖ ਤੇ ਬੇਸਡ ਨੇ। ਅਸੀਂ ਆਪ ਅੰਦਰੋਂ ਇੰਨੇ ਭੁੱਖੇ ਆ ਤੇ ਸਾਨੂੰ ਦੂਸਰੇ ਰਿਸ਼ਤੇ ਚਾਹੀਦੇ ਆਪਦੀ ਭੁੱਖ ਮਿਟਾਉਣ ਵਾਸਤੇ। ਐਂਡ ਜਦੋਂ ਵੀ ਉਹ ਰਿਸ਼ਤਾ ਸਾਡੀ ਭੁੱਖ ਨਹੀਂ ਮਿਟਾਉਂਦਾ ਤੇ ਅਸੀਂ ਕੀ ਕਰਦੇ ਆ? ਸਾਨੂੰ ਗੁੱਸਾ ਚੜਦਾ, ਫਰਸਟ੍ਰੇਸ਼ਨ ਹੁੰਦੀ, ਵਰਨਾ ਤਾਂ ਪਿਆਰ ਦੇ ਰਿਸ਼ਤਿਆਂ 'ਚ ਇਹ ਚੀਜ਼ ਹੋਣੀ ਨਹੀਂ ਚਾਹੀਦੀ ਜਦੋਂ ਅਸੀਂ ਪਿਆਰ ਹੀ ਦੇਣਾ ਵਾ। ਪਰ ਬਿਕਾਜ਼ ਸਾਡੇ ਜਿਹੜੇ ਅੱਜ ਸਾਰੇ ਹੀ ਰਿਸ਼ਤੇ ਇੱਕ ਭੁੱਖ ਤੇ ਟਿਕੇ ਹੋਏ ਨੇ, ਜਿਹੜੀ ਕਿ ਭੁੱਖ ਸਾਡੇ ਅੰਦਰੋਂ ਨਹੀਂ ਹੋਈ। ਸੋ ਫੋਰ ਐਗਜ਼ਾਮਪਲ ਇੱਦਾਂ ਹੀ ਜਿਵੇਂ ਕੋਈ ਤੁਹਾਡਾ ਪਾਰਟਨਰ ਆ, ਜਦੋਂ ਤੁਹਾਡੀ ਜ਼ਿੰਦਗੀ 'ਚ ਆਉਂਦਾ, ਜਦੋਂ ਤੁਹਾਡੀ ਜ਼ਿੰਦਗੀ 'ਚ ਜਾਂਦਾ ਵਾ, ਕਿੰਨਾ ਤੁਹਾਨੂੰ ਡਿਪਾਰਚਰ ਮਹਿਸੂਸ ਹੁੰਦਾ ਵਾ। ਸੋ ਜਿਹੜੇ ਅਸੀਂ ਰਿਸ਼ਤੇ, ਐਂਡ ਮੋਸਟ ਆਫ ਲੋਕੀ ਅੱਜ ਸੈਲਫ ਲਵ ਨਹੀਂ ਹੈ ਸਾਡੇ ਅੰਦਰ, ਕਿਉਂਕਿ ਅਸੀਂ ਸਭ ਤੋਂ ਵੱਧ ਕ੍ਰਿਟੀਕਲ ਆ ਆਪਦੇ ਲਈ, ਆਪਦੇ ਅੰਦਰ ਦੇ ਵਾਸਤੇ। ਜੇ ਤੁਸੀਂ ਇੱਕ ਜੌਬ ਲੈਸੇ ਕੋਈ ਗਿਆ ਤੇ ਆਪਣੀ ਜੌਬ ਇੰਟਰਵਿਊ ਦੇ ਵਿੱਚੋਂ ਰਿਜੈਕਟ ਹੋ ਕੇ ਆ ਗਿਆ ਤੇ ਬਜਾਏ ਇੱਕ ਉਹਦਾ ਫਰੈਂਡ ਜਾਂਦਾ ਵਾ, ਉਹ ਰਿਜੈਕਟ ਹੋ ਕੇ ਆਉਂਦਾ ਜੌਬ ਇੰਟਰਵਿਊ ਤੋਂ, ਤੇ ਤੁਸੀਂ ਉਹਨੂੰ ਕਿੱਦਾਂ ਦੇ ਦੋਸਤ ਬਣ ਕੇ ਮਿਲਦੇ ਹੋ? ਤੁਸੀਂ ਉਹਨੂੰ ਇਹ ਕਹਿੰਦੇ ਹੋ ਕਿ ਬਹੁਤ ਕੋਈ ਨਹੀਂ, ਤੂੰ ਆਪਦੀ ਮਿਹਨਤ ਕਰ ਰਿਹਾ ਵਾ, ਨੈਕਸਟ ਟਾਈਮ ਤੇਰੇ ਲਈ ਬਹੁਤ ਵਧੀਆ ਹੋਊਗਾ, ਤੂੰ ਆਪਦਾ ਇਹ ਕੰਮ ਪਾਈ ਜਾਂ ਮੈਂ ਤੇਰੇ ਤੇ ਵਿਸ਼ਵਾਸ ਕਰਦਾ। ਪਰ ਇਹੀ ਫੇਲੀਅਰ ਜੇ ਸਾਡੇ ਤੋਂ ਹੋਵੇ ਤੇ ਅਸੀਂ ਆਪਦੇ ਆਪ ਨੂੰ ਕੀ ਕਹਿੰਦੇ ਆ? ਅਸੀਂ ਆਪਦੇ ਆਪ ਨੂੰ ਕ੍ਰਿਟਿਸਾਈਜ਼ ਕਰਦੇ ਹਾਂ ਅੰਦਰੋਂ। ਅੱਛਾ, ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਸੀ ਵੀ ਅੱਜ ਕੱਲ੍ਹ ਇਹ ਗੱਲ ਬੜੀ ਆਮ ਚੱਲ ਰਹੀ ਹੈ ਕਿ ਲਵ ਅਨਕੰਡੀਸ਼ਨਲੀ। ਹੁਣ ਵੈਲੈਂਟਾਈਨ ਆ ਜਾਣਾ, ਪਿਆਰ ਦੇ ਇਜ਼ਹਾਰ ਦੀਆਂ ਗੱਲਾਂ ਬਹੁਤ ਚੱਲਣੀਆਂ, ਹਰ ਸਾਲ ਚੱਲਦੀਆਂ ਨੇ, ਪਰ ਇੱਕ ਅਨਕੰਡੀਸ਼ਨਲ ਲਵ ਦੀ ਗੱਲ ਚੱਲਦੀ ਹੈ ਕਿ ਮੈਨੂੰ ਬਿਨਾਂ ਸ਼ਰਤਾਂ ਤੋਂ ਪਿਆਰ ਕਰ। ਤੇ ਇਫ ਯੂ ਰੀਅਲੀ ਲਵ ਮੀ ਤਾਂ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ ਉਹਦੇ ਵਿੱਚ ਕਿ ਆਹ ਸ਼ਰਤ ਆ, ਤੂੰ ਇਸ ਤਰ੍ਹਾਂ ਕਰੇਂਗਾ ਤਾਂ ਮੈਂ ਤੈਨੂੰ ਪਿਆਰ ਕਰਦਾ ਜਾਂ ਕਰਦੀ ਹਾਂ, ਵਰਨਾ ਨਹੀਂ। ਸੋ ਕੰਡੀਸ਼ਨਲ ਲਵ ਜਿਹੜਾ, ਜਾਂ ਇੱਕ ਹੋਰ ਗੱਲ ਚੱਲੀ ਆ, ਐਕਸੈਪਟ ਮੀ ਐਜ਼ ਆਈ ਐਮ। ਮੇਰੇ 'ਚ ਕੋਈ ਸੋਧ ਨਹੀਂ ਕਰ ਸਕਦੇ ਤੁਸੀਂ, ਮੈਨੂੰ ਇੰਪਰੂਵ ਨਹੀਂ ਕਰ ਸਕਦੇ ਐਜ਼ ਏ ਹਿਊਮਨ ਬੀਇੰਗ। ਮੈਂ ਆਪਣੇ ਆਪ ਨੂੰ ਇੰਪਰੂਵ ਨਹੀਂ ਕਰਨਾ ਚਾਹੁੰਦਾ। ਟੇਕ ਮੀ ਐਜ਼ ਆਈ ਐਮ। ਇਹ ਦੋਨੇ ਗੱਲਾਂ ਜਿਹੜੀਆਂ ਨੇ, ਇੱਕ ਤਾਂ ਕੰਡੀਸ਼ਨਲ ਲਵ ਆ ਕਿਉਂਕਿ ਕੋਈ ਕੰਡੀਸ਼ਨ ਨਹੀਂ ਹੋਣੀ ਚਾਹੀਦੀ, ਇੱਕ ਐਕਸੈਪਟ ਮੀ ਐਜ਼ ਆਈ ਐਮ, ਵੇਅਰ ਇਜ਼ ਐਜ਼ ਇਜ਼। ਇਹ ਦੋਨੇ ਗੱਲਾਂ ਪੋਸੀਬਲ ਹੈਗੀਆਂ ਨੇ। ਦੇਖੋ ਮਿਸਟਰ ਤਿੰਨ, ਅਨਕੰਡੀਸ਼ਨਲ ਪਿਆਰ ਨਹੀਂ ਹਜੇ ਹੈ ਦੁਨੀਆ ਤੇ ਐਗਜ਼ਿਸਟ ਕਰਦਾ। ਕੰਡੀਸ਼ਨਲ ਆ, ਮਾਂ-ਬਾਪ ਦਾ ਵੀ ਪਿਆਰ ਕੰਡੀਸ਼ਨਲ ਆ, ਤੁਸੀਂ ਹਰ ਪਿਆਰ ਕੰਡੀਸ਼ਨਲ ਆ। ਜੇ ਤਾਂ ਫੋਰ ਐਗਜ਼ਾਮਪਲ ਅਨਕੰਡੀਸ਼ਨਲ ਦਾ ਮਤਲਬ ਹੈ ਕਿ ਚਾਹੇ ਤੂੰ ਮੇਰੇ ਨਾਲ ਰਹਿ, ਚਾਹੇ ਨਾ ਮੈਂ ਰਹਿ, ਤੇ ਮੈਂ ਤਾਂ ਤੇਰੀ ਇੱਜ਼ਤ ਤੇ ਪਿਆਰ। ਪਰ ਉਦੋਂ ਹੀ ਲੋਕਾਂ ਵਾਲੀ ਪਿਆਰ ਘਟ ਜਾਂਦਾ ਜਦੋਂ ਉਹ ਪਾਸੇ ਚਲੇ ਜਾਂਦੇ ਆ। ਰਾਈਟ, ਸੋ ਅਨਕੰਡੀਸ਼ਨਲ ਪਿਆਰ ਤਾਂ ਨਹੀਂ ਹੋਇਆ। ਅਨਕੰਡੀਸ਼ਨਲ ਦਾ ਮਤਲਬ ਹੈ ਕਿ ਤੁਹਾਡੀ ਕੋਈ ਵੀ ਸਥਿਤੀ ਤੁਸੀਂ ਚੂਜ਼ ਕਰੋ, ਤੁਹਾਡੀ ਕੋਈ ਵੀ ਆਪਦੇ ਕੋਈ ਵੀ ਜ਼ਿੰਦਗੀ ਦਾ ਦਾਇਰਾ ਚੂਜ਼ ਕਰੋ, ਮੈਂ ਤੁਹਾਡੀ ਓਨੀ ਹੀ ਇੱਜ਼ਤ ਤੇ ਰਿਸਪੈਕਟ ਕਰੂੰਗਾ। ਪਰ ਇਹ ਹਜੇ ਸਾਥੋਂ ਨਹੀਂ ਹੋਇਆ ਬਿਕਾਜ਼ ਸਾਡੀਆਂ ਐਕਸਪੈਕਟੇਸ਼ਨਸ ਹੈਗੀਆਂ, ਸਾਡੀਆਂ ਕੰਡੀਸ਼ਨਸ ਹੈਗੀਆਂ ਪਿਆਰ ਦੀਆਂ। ਇੱਕ ਮਾਪੇ ਦੀ ਵੀ ਕੰਡੀਸ਼ਨ ਆ ਪਿਆਰ ਦੀ ਕਿ ਤੂੰ ਬੱਚੇ ਤੇ ਕੰਡੀਸ਼ਨ ਆ ਕਿ ਤੂੰ ਮੈਨੂੰ ਪਿਆਰ ਕਰ, ਤੂੰ ਮੇਰੇ ਵੇ ਆਫ ਜ਼ਿੰਦਗੀ ਦਾ ਕਰ। ਸੋ ਜੇ ਇੱਕ ਪਿਆਰ ਨਾ ਕਰ, ਮਾਪਿਆਂ ਤੇ ਇਹ ਵੀ ਪਿਆਰ ਭਲਾ ਨਾ ਕਰ, ਰਿਸਪੈਕਟ ਕਰ ਮੇਰੀ, ਜੋ ਮੈਂ ਕਹਿ ਰਿਹਾ ਮੈਂ ਉਸੇ ਤਰੀਕੇ ਨਾਲ। ਫੋਰ ਐਗਜ਼ਾਮਪਲ ਆਗਿਆਕਾਰ ਬੱਚਾ ਬਣ। ਜੇ ਬੱਚਾ, ਇੱਕ ਮਾਂ-ਬਾਪ ਕਹਿ ਰਿਹਾ ਵਾ ਕਿ ਤੂੰ ਪੜ੍ਹਨਾ ਲਿਖਣਾ ਬਹੁਤ ਹੈ, ਐਂਡ ਬੱਚਾ ਕਹਿ ਰਿਹਾ ਕਿ ਮੈਂ ਤਾਂ ਪੜ੍ਹਨਾ ਨਹੀਂ, ਮੈਂ ਤਾਂ ਪੇਂਟਿੰਗ ਕਰਨੀ ਆ, ਮੈਂ ਤਾਂ ਕੁਛ ਏਦਾਂ, ਤੇ ਸਾਡਾ ਪਿਆਰ ਕਿਤੇ ਜਾਂਦਾ ਵਾ। ਸੋ ਐਵੇਂ ਪਾਰਟਨਰ ਨਾਲ ਸਾਡਾ ਪਿਆਰ ਆ, ਸਾਡੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਐਕਸੈਪਟ ਮੀ ਐਜ਼ ਇਟ ਇਜ਼, ਇਹ ਵੀ ਤਾਂ ਕੰਡੀਸ਼ਨ ਆ, ਇਹ ਵੀ ਤਾਂ ਇੱਕ ਕੰਡੀਸ਼ਨ ਆ ਕਿ ਇਹ ਵੀ ਕੰਡੀਸ਼ਨਲ ਪਿਆਰ ਆ ਕਿ ਜੇ ਤਾਂ ਮੈਨੂੰ ਕੋਈ ਐਵੇਂ ਐਕਸੈਪਟ ਕਰੂਗਾ ਤਾਂ ਮੈਂ ਪਿਆਰ ਕਰੂੰਗਾ, ਨਹੀਂ ਕਰੂੰਗਾ। ਮੈਂ ਸੁਧਰਨਾ ਨਹੀਂਗਾ,
ਜੇ ਤੂੰ ਚਾਹੇ ਕਿ ਮੈਨੂੰ Growth ਸੁਧਾਰ ਸਕਦੀ ਹਾਂ ਜਾਂ ਸੁਧਾਰ ਸਕਦਾ, ਮੈਂ ਸੁਧਰਨ ਵਾਲੀ ਚੀਜ਼ ਨਹੀਂ ਗਾ, ਮੈਂ ਇੰਪਰੂਵ ਨਹੀਂ ਕਰਨਾ ਐਜ਼ ਏ ਹਿਊਮਨ ਬੀਇੰਗ, ਮੈਂ ਇਨਸਾਨ ਦੇ ਤੌਰ ਤੇ ਮੇਰਾ ਵਿਕਾਸ ਨਹੀਂ ਮੈਂ ਕਰਨਾ ਆਪਣਾ। ਇਹਦਾ ਮਤਲਬ ਇਹੀ ਹੋਇਆ ਜੀ ਕਿ ਨਹੀਂ ਜੀ? ਬਿਕਾਜ਼ ਐਕਚੁਅਲੀ ਜਿਹੜੀਆਂ ਰਿਲੇਸ਼ਨਸ਼ਿਪ ਆ ਮਿਸਟਰ ਤਿੰਡ, ਉਹਨੂੰ ਅਸੀਂ ਸਾਈਕੋਲੋਜੀ ਦੇ ਵਿੱਚ ਕਹਿੰਦੇ ਆ ਕਿ ਉਹ ਬੜੀਆਂ ਫਲੈਕਸੀਬਿਲਿਟੀ ਹੋਣੀ ਚਾਹੀਦੀ। ਫਲੈਕਸੀਬਿਲਿਟੀ ਦਾ ਮਤਲਬ ਇੱਕ ਡਾਂਸ ਆ। ਤੁਸੀਂ ਡਾਂਸ ਕਰ ਰਹੇ ਹੋ ਦੋ ਜਾਣੇ, ਉਹ ਡਾਂਸ ਦੇ ਵਿੱਚ ਤੁਸੀਂ ਸਟਕ ਨਹੀਂ ਹੋ ਸਕਦੇ ਇੱਕ ਮੂਵ 'ਚ, ਫਿਰ ਤਾਂ ਡਾਂਸ ਹੀ ਨਹੀਂ ਰਹੂਗਾ, ਫਿਰ ਤਾਂ ਲੋਕਾਂ ਨੂੰ ਵੀ ਦੇਖਣ ਦਾ ਉਸ ਡਾਂਸ ਦਾ। ਸੋ ਰਿਲੇਸ਼ਨਸ਼ਿਪ ਦਾ ਮਤਲਬ ਹੈ ਇੱਕ ਡਾਂਸ ਆ। ਚਾਹੇ ਉਹ ਡਾਂਸ ਤੁਸੀਂ ਆਪਣੇ ਬੱਚੇ ਨਾਲ ਕਰ ਰਹੇ ਹੋ, ਚਾਹੇ ਡਾਂਸ ਤੁਸੀਂ ਆਪਣੇ ਪਾਰਟਨਰ ਨਾਲ ਕਰ ਰਹੇ ਹੋ, ਚਾਹੇ ਤੁਸੀਂ ਵਾਈਫ ਨਾਲ ਕਰ ਰਹੇ ਹੋ, ਚਾਹੇ ਤੁਸੀਂ ਆਪਣੀ ਗਰਲਫ੍ਰੈਂਡ ਨਾਲ ਕਰ ਰਹੇ ਹੋ, ਆਪਦੇ ਬॉयਫ੍ਰੈਂਡ ਨਾਲ, ਉਹ ਇੱਕ ਡਾਂਸ ਆ। ਪਰ ਉਹ ਡਾਂਸ ਦੇ ਵਿੱਚ ਜਦੋਂ ਇੱਕ ਸਟੈਪ ਮੂਹਰੇ ਆਉਂਦਾ, ਇੱਕ ਨੂੰ ਪਿੱਛੇ ਜਾਣਾ ਪੈਂਦਾ, ਦੂਸਰਾ ਮੂਹਰੇ ਆਉਂਦਾ ਤੇ ਦੂਜੇ ਨੂੰ ਪਿੱਛੇ ਜਾਣਾ ਪੈਂਦਾ ਵਾ। ਸੋ ਇੱਕ ਕੋਆਰਡੀਨੇਸ਼ਨ ਆ ਜਿਹੜੀ ਕਿ ਸਾਨੂੰ ਹਜੇ ਪ੍ਰੋਪਰਲੀ ਆ ਨਹੀਂ ਰਹੀ। ਸੋ ਪਰ ਜੇ ਕੋਈ ਇੱਕ ਇਨਸਾਨ, ਜਿਵੇਂ ਤੁਸੀਂ ਕਿਹਾ, ਇੱਕ ਇਨਸਾਨ ਕਹਦੇ ਕਿ ਮੇਰੀ ਤਾਂ ਇਹੀ ਪਲੇਸ ਆ, ਮੈਂ ਤਾਂ ਆਹੀ ਸਟੈਪ ਕਰਨਾ ਤੇ ਮੈਂ ਇੱਥੇ ਹੀ ਖੜਨਾ ਤੇ ਇੱਥੋਂ ਮੈਂ ਬਦਲ ਨਹੀਂ ਸਕਦਾ, ਉਹ ਰਿਲੇਸ਼ਨਸ਼ਿਪ ਨਹੀਂ ਰਹੂਗੀ, ਉਹ ਡਾਂਸ ਨਹੀਂ ਰਹੂਗਾ ਇੱਕ ਰਿਸ਼ਤੇ। ਇਨਰ ਪੀਸ ਦੀ ਗੱਲ ਵੀ ਅੱਗੇ ਚੱਲ ਕੇ ਅਸੀਂ ਕਰਨਾ ਚਾਹੁੰਦੇ ਹਾਂ। ਬਹੁਤ ਸਾਰੇ ਲੋਕ ਬਾਕੀ ਲੋਕਾਂ ਦੇ ਤਾਂ ਕੰਮ ਆਉਂਦੇ ਰਹਿੰਦੇ ਨੇ, ਪਰ ਉਹਨਾਂ ਦੀ ਆਪਣੀ ਅੰਦਰਲੀ ਸ਼ਾਂਤੀ ਭੰਗ ਹੋਈ ਰਹਿੰਦੀ ਹੈ। ਕਈ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਜੇ ਮੈਂ ਬਹੁਤੇ ਲੋਕਾਂ ਨੂੰ ਮਿਲਣ ਲੱਗ ਪਵਾਂ, ਮੇਰੇ ਅੰਦਰਲੀ ਸ਼ਾਂਤੀ ਭੰਗ ਹੋ ਜਾਂਦੀ ਹੈ। ਕਈ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਜੇ ਮੈਂ ਵੈਂਕੂਵਰ ਚਲੇ ਜਾਵਾਂ, ਮੇਰੇ ਅੰਦਰਲੀ ਸ਼ਾਂਤੀ ਭੰਗ ਹੋ ਜਾਂਦੀ ਹੈ। ਰੀਅਲੀ ਆਲੇ ਦੁਆਲੇ ਦੀਆਂ ਪ੍ਰਸਥਿਤੀਆਂ ਦੇ ਬਦਲਣ ਨਾਲ ਸ਼ਾਂਤੀ ਭੰਗ ਹੋ ਸਕਦੀ ਹੈ। ਪਰ ਉਹ ਕਹਿੰਦੇ ਕਿ ਇੱਕ ਇਹੋ ਜਿਹੀ ਪੀਸ ਗੇਨ ਕੀਤੀ ਜਾ ਸਕਦੀ ਹੈ, ਤੁਸੀਂ ਸਟੇਟ ਆਫ ਬਲਿਸ 'ਚ ਜਾ ਸਕਦੇ ਹੋ, ਜਿੱਥੇ ਤੁਹਾਡੀ ਭਾਵੇਂ ਕੁਝ ਵੀ ਹੁੰਦਾ ਰਹੇ, ਅੰਦਰਲੀ ਸ਼ਾਂਤੀ ਭੰਗ ਨਹੀਂ ਹੋਏਗੀ। ਉਹ ਅੱਗੇ ਚੱਲ ਕੇ ਗੱਲ ਕਰਾਂਗੇ। ਪਰ ਪਿਆਰ ਤੇ ਖੁਦਗਰਜ਼ੀ ਦੀ ਗੱਲ ਕਰਦਿਆਂ ਹੋਇਆਂ ਇਹ ਵੀ ਜ਼ਰੂਰ ਸਾਨੂੰ ਦੱਸੋ ਫਿਰ ਬਈ, ਜੇ ਰਿਸ਼ਤਿਆਂ ਦੇ ਵਿੱਚ ਸ਼ਰਤਾਂ ਹੀ ਨੇ ਤੇ ਤੁਸੀਂ ਅਗਲੇ ਨੂੰ ਉਸ ਤਰ੍ਹਾਂ ਨਹੀਂ ਲੈਣਾ ਚਾਹੁੰਦੇ ਜਿਸ ਤਰ੍ਹਾਂ ਦਾ ਉਹ ਹੈ, ਐਜ਼ ਇਜ਼, ਜਿਵੇਂ ਮੈਨੂੰ ਐਕਸੈਪਟ ਮੀ ਐਜ਼ ਆਈ ਐਮ, ਉਹ ਵੀ ਤੁਹਾਨੂੰ ਲੱਗਦਾ ਕਿ ਫਾਰਮੂਲਾ ਠੀਕ ਨਹੀਂ, ਕਿਉਂਕਿ ਹਰ ਇੱਕ ਵਿਅਕਤੀ ਚਾਹੁੰਦਾ ਕਿ ਮੇਰਾ ਪਾਰਟਨਰ ਜਾਂ ਮੇਰਾ ਸਾਥੀ, ਮੇਰਾ ਦੋਸਤ ਜਿਹੜਾ, ਉਹਦਾ ਕੁਛ ਨਾ ਕੁਛ ਵਿਕਾਸ ਤਾਂ ਹੋਵੇ ਨਾ, ਉਹ ਉੱਥੇ ਹੀ ਨਾ ਖੜਾ ਰਹੇ ਜਿੱਥੇ ਮੈਨੂੰ ਮਿਲਿਆ ਸੀ। ਸੋ ਫਿਰ ਹੁਣ ਰਹਿ ਕੀ ਗਿਆ ਫਿਰ ਪਿਆਰ ਦੇ ਵਿੱਚ? ਇਹ ਫਿਰ ਲਿਫਾਫਾ ਹੀ ਰਹਿ ਗਿਆ। ਸੋ ਜੀ ਹਾਂ ਮਿਸਟਰ ਤਿੰਡ, ਸੋ ਇੱਥੇ ਆ ਜਾਂਦੀ ਹੈ ਸੈਲਫ ਲਵ ਦੀ। ਅਸੀਂ ਆਪਦੇ ਅੰਦਰ ਨਾਲ ਕਿਵੇਂ, ਸੈਲਫ ਕੰਪੈਸ਼ਨ ਦੀ, ਅਸੀਂ ਆਪਦੇ ਆਪ ਨੂੰ ਟ੍ਰੀਟ ਕਿਵੇਂ ਕਰਦੇ ਹਾਂ। ਸੋ ਤੁਸੀਂ ਦੇਖਿਆ ਕਿ ਮੋਸਟ ਆਫ ਦਾ ਟਾਈਮ ਜਿਹੜੇ ਲੋਕਾਂ ਦੇ ਬਾਹਰਲੇ ਰਿਸ਼ਤਿਆਂ ਦੇ ਵਿੱਚ, ਉਹ ਕਈ ਵਾਰ ਉਹਨਾਂ ਨੂੰ ਅਬਿਊਜ਼ ਮਹਿਸੂਸ ਹੁੰਦਾ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਰਿਸ਼ਤੇ ਦੇ ਵਿੱਚੋਂ ਨੈਗੇਟਿਵਿਟੀ ਮਿਲਦੀ ਹੈ। ਮੋਸਟ ਆਫ ਦਾ ਟਾਈਮ ਜਿਹੜੇ ਇੱਦਾਂ ਦੇ ਲੋਕ ਹੁੰਦੇ, ਉਹ ਆਪਦੇ ਆਪ ਨੂੰ ਮਾਨਸਿਕ ਤੌਰ ਤੇ ਬਹੁਤ ਕ੍ਰਿਟਿਸਾਈਜ਼ ਕਰਦੇ ਨੇ, ਬਹੁਤ ਜ਼ਿਆਦਾ ਕ੍ਰਿਟੀਕਲ ਹੁੰਦੇ ਨੇ। ਸੋ ਜਦੋਂ ਅਸੀਂ ਆਪਦੇ ਅੰਦਰ ਕ੍ਰਿਟੀਕਲ ਬਹੁਤ ਜ਼ਿਆਦਾ ਹੋਈਏ, ਅਸੀਂ ਬਾਹਰ ਵੀ ਲੋਕਾਂ ਪ੍ਰਤੀ ਬਹੁਤ ਜ਼ਿਆਦਾ ਕ੍ਰਿਟੀਕਲ ਹੁੰਦੇ ਹਾਂ। ਸ਼ਾਇਦ ਅਸੀਂ ਉਹਨਾਂ ਨੂੰ ਬੋਲ ਕੇ ਨਾ ਦਸੀਏ, ਪਰ ਅਸੀਂ ਉਹਨਾਂ ਦੀਆਂ ਨੈਗੇਟਿਵਿਟੀ ਜ਼ਿਆਦਾ ਚੱਕਦੇ ਹਾਂ ਰੈਦਰ ਦੈਨ ਪੋਜ਼ਿਟਿਵਿਟੀ ਨਾਲੋਂ। ਬਿਕਾਜ਼ ਅਸੀਂ ਐਕਚੁਅਲੀ ਅਸੀਂ ਡਿਜ਼ਾਈਨ ਸਾਡਾ ਬਹੁਤ ਇਨਗ੍ਰੇਨਡ ਕੀਤਾ ਸਾਡੀ ਸਾਈਕੋਲੋਜੀ ਦੇ ਵਿੱਚ ਬਚਪਨ ਦੇ ਵਿੱਚ, ਕਿ ਸਾਨੂੰ ਜਦੋਂ ਨੈਗੇਟਿਵ ਕੋਈ ਅਸੀਂ ਕੰਮ ਕੀਤਾ, ਉਹ ਚੀਜ਼ ਵੱਧ ਫੁੱਲ ਕੇ ਆਈ, ਜਦ ਕਿ ਅਸੀਂ ਇੱਕ ਪੋਜ਼ਿਟਿਵ ਕੰਮ ਕੀਤਾ ਉਹਦਾ ਕੋਈ ਫਰਕ ਨਹੀਂ ਪਿਆ। ਸੋ ਅਸੀਂ ਘਰ ਦੇ ਵਿੱਚ ਇੱਕ ਬੱਚਾ 3 ਚੰਗੇ ਕੰਮ ਕਰਦਾ, ਇੱਕ ਗਲਤੀ ਕਰਦਾ, ਕਿਹਦੇ ਤੇ ਅਸੀਂ ਗੱਲ ਕਰਾਂਗੇ? ਅਸੀਂ ਗਲਤੀ ਤੇ ਗੱਲ ਕਰਾਂਗੇ, ਅਸੀਂ ਗਲਤੀ ਨੂੰ ਹੀ ਕ੍ਰਿਟਿਸਾਈਜ਼ ਕਰਾਂਗੇ ਸਾਰਾ ਦਿਨ। ਆਪਣੇ ਵਿੱਚ ਵੀ ਅਸੀਂ 4 ਚੀਜ਼ਾਂ ਚੰਗੀਆਂ ਕਰਦੇ ਹਾਂ, ਪਰ ਇੱਕ ਚੀਜ਼ ਅਸੀਂ ਗਲਤ ਕਰਦੇ ਹਾਂ, ਅਸੀਂ ਆਪਦੇ ਆਪ ਨੂੰ ਉਸ ਚੀਜ਼ ਤੇ ਕ੍ਰਿਟਿਸਾਈਜ਼ ਕਰਦੇ ਹਾਂ। ਮਿਸਟਰ ਤਿੰਡ, ਸੈਲਫ ਲਵ, ਸੈਲਫ ਕੰਪੈਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਪਰਫੈਕਟ ਹਿਊਮਨ ਬੀਇੰਗ ਬਣਨਾ, ਅਸੀਂ ਗਲਤੀਆਂ ਤੋਂ ਰਹਿਤ ਇਨਸਾਨ ਬਣਨਾ ਵਾ। ਸੈਲਫ ਕੰਪੈਸ਼ਨ ਤੇ ਸੈਲਫ ਲਵ ਦਾ ਡੈਫੀਨੇਸ਼ਨ ਉਹ ਸਾਈਕੋਲੋਜੀ 'ਚ ਦਿੰਦੇ ਆ ਕਿ ਮੇਰੇ ਵਿੱਚ ਗਲਤੀਆਂ ਹੁੰਦੇ ਬਾਵਜੂਦ ਵੀ, ਮੇਰੇ ਵਿੱਚ ਔਗਣ ਹੁੰਦੇ ਬਾਵਜੂਦ ਵੀ ਮੈਂ ਇੱਕ ਚੰਗਾ ਇਨਸਾਨ ਹਾਂ। ਮੈਂ ਇੱਕ ਚੰਗਾ ਇਨਸਾਨ ਹਾਂ, ਮੈਂ ਪਿਆਰ ਦੇਣ ਦੇ ਵੀ ਕਾਬਲ ਹਾਂ ਤੇ ਮੈਂ ਪਿਆਰ ਲੈਣ ਦੇ ਵੀ ਕਾਬਲ ਹਾਂ। ਈਵਨ ਦੋ ਮੇਰੇ 'ਚ ਕਈ ਔਗਣ ਵੀ ਹੈਗੇ ਨੇ, ਮੇਰੇ 'ਚ ਕਈ ਮੈਂ ਗਲਤੀਆਂ ਵੀ ਕਰਦਾ ਵਾਂ, ਇਹ ਇੱਕ ਇਨਸਾਨੀਅਤ ਜਰਨੀ ਆ। ਉਹ ਲੋਕ ਜਿਹੜੇ ਸੈਲਫ ਕੰਪੈਸ਼ਨ ਤੇ ਸੈਲਫ ਲਵ ਆਪਦੇ ਵਿੱਚ ਡਿਵੈਲਪ ਕਰ ਸਕਦੇ, ਜਿਹੜੇ ਇਸ ਡੈਫੀਨੇਸ਼ਨ ਤੇ ਆਪਦੀ ਜ਼ਿੰਦਗੀ ਜਿਉਂਦੇ ਆ। ਪਰ ਮੋਸਟ ਲੋਕੀ ਜਦੋਂ ਸਾਡੇ ਅੰਦਰ ਗਲਤੀਆਂ ਸਾਨੂੰ ਦਿਖਣ ਲੱਗਦੀਆਂ, ਮੈਂ ਤਾਂ ਇੱਥੋਂ ਵੀ ਬੁਰਾ, ਮੈਂ ਇੱਥੋਂ ਬੁਰਾ, ਮੈਨੂੰ ਕੌਣ ਚੰਗਾ ਸਮਝਦਾ ਹੋਊਗਾ? ਬਿਕਾਜ਼ ਅਸੀਂ ਆਪਦੇ ਆਪ ਨੂੰ ਜੱਜ ਕਰਦੇ ਹਾਂ ਨਾ। ਸੋ ਇਸੇ ਕਰਕੇ ਜਦੋਂ ਸਾਨੂੰ ਲੱਗਦਾ ਕਿ ਮੈਨੂੰ ਕੌਣ ਚੰਗਾ ਸਮਝਦਾ, ਅਸੀਂ ਲੋਕਾਂ ਨੂੰ ਮਿਲਣਾ ਜੁਲਣਾ ਛੱਡ ਜਾਂਦੇ ਹਾਂ, ਅਸੀਂ ਇਕੱਲੇਪਣ ਦੇ ਵਿੱਚ ਚਲੇ ਜਾਂਦੇ ਹਾਂ। ਸੈਲਫ ਪਿਟੀ ਆ ਜਾਂਦੀ। ਐਗਜ਼ੈਕਟਲੀ। ਐਂਡ ਫਿਰ ਸਾਡਾ ਕਿਸੇ ਨੂੰ ਬੁਲਾਉਣ ਨੂੰ ਵੀ ਨਹੀਂ ਜੀਅ ਕਰਦਾ। ਐਂਡ ਜੇ ਅਸੀਂ ਆਪਦੇ ਆਪ ਨੂੰ ਇੰਨਾ ਭੰਡਦੇ ਹਾਂ, ਜਦੋਂ ਅਸੀਂ ਬਾਹਰ ਜਾਂਦੇ ਹਾਂ ਤੇ ਅਸੀਂ ਲੋਕਾਂ ਨੂੰ ਵੀ ਉਸੇ ਜਜਮੈਂਟਲ ਕ੍ਰਿਟਿਕਲ ਨਾਲ ਦੇਖਦੇ ਹਾਂ, ਕਿਉਂਕਿ ਅੱਖ ਲੈਂਸ ਉਹ ਪਾਇਆ ਹੋਇਆ ਨਾ, ਅੰਦਰ ਵੀ ਲੈਂਸ ਉਹੀ ਹੈ ਤੇ ਬਾਹਰ ਵੀ ਉਹੀ ਹੈ। ਸੋ ਜਦੋਂ ਅਸੀਂ ਆਪਦੇ ਅੰਦਰ ਦੇ ਲੈਂਸ ਨੂੰ ਠੀਕ ਕਰਾਂਗੇ, ਆਪਾਂ ਬਾਹਰ ਜਾ ਕੇ ਟੈਕਨੀਕ ਦੱਸਾਂਗੇ ਕਿਸ ਤਰੀਕੇ ਨਾਲ ਅਸੀਂ ਜਿਹੜਾ ਸੈਲਫ ਲਵ ਡਿਵੈਲਪ ਕਰ ਸਕਦੇ ਹਾਂ। ਬਿਕਾਜ਼ ਉਹ ਮਸਲ ਹਜੇ ਸਾਡੇ 'ਚ ਡਿਵੈਲਪ ਨਹੀਂ ਹੈਗੀ।
ਅਸੀਂ ਇੱਕ ਸਾਡੇ 'ਚ ਨੈਗੇਟਿਵਿਟੀ ਬਾਇਸ ਹੈਗਾ ਮਿਸਟਰ ਥਿੰਨ। ਤੁਹਾਡੇ ਦਿਨ ਦੇ ਵਿੱਚ ਤੁਸੀਂ 4 ਚੰਗੀਆਂ ਚੀਜ਼ਾਂ ਤੁਹਾਡੇ ਨਾਲ ਲਾਈਫ 'ਚ ਹੋਣ, ਇੱਕ ਗਲਤ ਹੋ ਜੇ, ਆਫ ਕੋਰਸ ਤੁਹਾਡਾ ਗਲਤ ਤੇ ਧਿਆਨ ਜਾਊਗਾ। ਬਿਕਾਜ਼ ਇੱਕ ਐਕਚੁਅਲੀ ਨੈਗੇਟਿਵ ਬਾਇਸ ਦਾ ਮਤਲਬ ਉਹ ਸਾਈਕੋਲੋਜਿਸਟ ਕਹਿੰਦੇ ਨੇ ਕਿ ਜਿਹੜੇ ਲੋਕ ਪਹਿਲਾਂ ਹਿਊਮੈਨਿਟੀ ਜਿਹੜੀ ਜੰਗਲ 'ਚ ਰਹਿੰਦੀ ਸੀ, ਉਹੀ ਲੋਕੀ ਸਰਵਾਈਵ ਕਰੇ ਜਿਨ੍ਹਾਂ ਅੰਦਰ ਨੈਗੇਟਿਵਿਟੀ ਦੇਖਣ ਦਾ ਜਾਂਚ ਸੀ, ਕਿ ਉਹਨਾਂ ਨੇ ਖਤਰਾ ਦੇਖਿਆ ਤੇ ਪ੍ਰਪੇਅਰ ਹੋਏ। ਜੇ ਉੱਥੇ ਬੈਠ ਕੇ ਅਗਲਾ ਕਹਿੰਦਾ ਮੈਂ ਰਿਲੈਕਸ ਹੋਣਾ ਵਾ, ਤੇ ਉਹ ਤਾਂ ਫਿਰ ਉਹਨਾਂ ਦੀ ਤਾਂ ਸਰਵਾਈਵੇਬਿਲਿਟੀ ਨਹੀਂ ਸੀ ਹੋਣੀਗੀ। ਪਰ ਉੱਥੇ ਲੋਕਾਂ ਨੇ ਖਤਰਾ ਜ਼ਿਆਦਾ ਦੇਖਿਆ ਵੀ ਇੱਥੋਂ ਵੀ ਖਤਰਾ ਹੋ ਸਕਦਾ, ਇੱਥੋਂ ਵੀ। ਸੋ ਬੇਸਿਕਲੀ ਉਹ ਜਿਹੜਾ ਨੈਗੇਟਿਵ ਬਾਇਸ ਆ ਉਹ ਜਿਹੜਾ, ਪਰ ਹੁਣ ਆਪਾਂ ਜੰਗਲ 'ਚ ਨਹੀਂ ਰਹਿ ਰਹੇ। ਹੁਣ ਆਪਾਂ ਜਿਹੜਾ ਉਹ ਨੈਗੇਟਿਵ ਬਾਇਸ ਆਪਾਂ ਉਹਨੂੰ ਆਪਣੀ ਲਾਈਫ ਦੇ ਵਿੱਚੋਂ ਕੱਢ ਕੇ ਥੋੜਾ ਪੋਜ਼ਿਟਿਵ ਬਾਇਸ ਲਿਆਉਣਾ, ਕਿਉਂਕਿ ਜਿਹੜੀ ਸਾਡੀ ਐਕਸਟਰਨਲ এনवायरमेंट ਆ ਉਹ ਸ਼ੇਰ ਚੀਤਿਆਂ ਵਾਲਾ ਨਹੀਂ ਰਹਿ ਗਿਆ ਕਿ ਜਿੱਥੇ ਸਾਨੂੰ ਕਨਸਟੈਂਟ ਥ੍ਰੈਟ ਆ ਵੀ ਅਸੀਂ ਸਾਡੀ ਡੈਥ ਹੋ ਜੂਗੀ। ਪਰ ਇੱਥੇ ਅਸੀਂ ਸੇਫ এনवायरमेंट 'ਚ, ਪਰ ਮਾਨਸਿਕਤਾ ਉਹੀ ਚੱਲੀ ਆ ਰਹੀ ਹੈ ਨਾ। ਪਰ ਉਹਨਾਂ ਦੀ ਦਲੀਲ ਇਹ ਆ ਕਿ ਹੁਣ ਸ਼ੇਰ ਚੀਤਿਆਂ ਤੋਂ ਨਹੀਂ, ਬਘਿਆੜਾਂ ਤੋਂ ਨਹੀਂ, ਇਨਸਾਨਾਂ ਤੋਂ ਡਰ ਲੱਗ, ਕਿਉਂਕਿ ਇਨਸਾਨਾਂ ਦੇ ਰੂਪ ਦੇ ਵਿੱਚ ਵੀ ਕਈ ਇਹੋ ਜਿਹੇ ਜਿਹੜੇ ਲੋਕ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਆ। ਇਸੇ ਕਰਕੇ ਦੇ ਵਾਕਸ ਵਿਦ ਐਕਸ ਆਲ ਦ ਟਾਈਮ। ਨੈਗੇਟਿਵਿਟੀ ਜਿਹਨੂੰ ਤੁਸੀਂ ਕਹਿੰਦੇ ਹੋ, ਉਹ ਤਾਂ ਗਾਰਡ ਤੇ ਰਹਿੰਦੇ ਹਮੇਸ਼ਾ। ਕੋਈ ਚੰਗੀ ਗੱਲ ਵੀ ਤੁਹਾਨੂੰ ਕਰਨੀ ਚਾਹੇ, ਉਹ ਕਹਿੰਦੇ ਇਹਦੇ 'ਚ ਮਕਸਦ ਹੋਏਗਾ ਕੋਈ ਗੜਬੜ ਹੋਣੀ ਹੈ ਇਹਦੇ 'ਚ। ਜੇ ਕੋਈ ਰੀਅਲੀ ਦਿਲੋਂ ਤੁਹਾਡੇ ਲਈ ਕੋਈ ਚੰਗੀ ਕੰਮ ਵੀ ਕਰਨਾ ਚਾਹੁੰਦਾ, ਜਿਹੜੇ ਇਸ ਕੈਟਾਗਰੀ ਨਾਲ ਸੰਬੰਧਿਤ ਲੋਕ ਨੇ, ਉਹ ਤਾਂ ਉਹਦੇ ਤੇ ਵੀ ਸ਼ੱਕ ਕਰਦੇ ਕਿ ਕੋਈ ਨਾ ਕੋਈ ਪੌੜਾ ਪਾਏਗਾ, ਰਹਿ ਨਹੀਂ ਦਿਓ। ਸੋ ਮਾਨਸਿਕ ਖਤਰਾ ਸਰੀਰਕ ਖਤਰਾ ਨਹੀਂ ਹੈ, ਪਰ ਮਾਨਸਿਕ ਖਤਰਾ ਵਾ। ਪਰ ਜਦੋਂ ਇੱਕ ਮਾਨਸਿਕ ਖਤਰਾ ਹੋਵੇ, ਐਕਚੁਅਲੀ ਸਾਡੀ ਬਾਡੀ ਡਿਸਟਿੰਗੁਇਸ਼ ਨਹੀਂ ਕਰ ਸਕਦੀ ਵੀ ਇੱਥੇ ਮੈਨੂੰ ਮਾਨਸਿਕ ਖਤਰਾ, ਇੱਥੇ ਸਰੀਰਕ। ਉਹਨੂੰ ਤਾਂ ਸਿਰਫ ਖਤਰਾ ਦਿੰਦਾ, ਰਾਈਟ। ਸੋ ਫॉर ਐਗਜ਼ਾਮਪਲ, ਜੇ ਤੁਹਾਨੂੰ ਕੋਈ ਕਵੇ ਕਿ ਮੈਂ ਤੈਨੂੰ ਪਸੰਦ ਨਹੀਂ ਕਰਦਾ, ਜਾਂ ਕਿਸੇ ਨੂੰ ਕਵੇ ਵੀ ਮੈਂ ਤੇਰੇ ਨਾਲ ਨਹੀਂ ਬੋਲਣਾ, ਜਾਂ ਤੁਹਾਡਾ ਪਰਿਵਾਰ ਦਾ ਕੋਈ ਮੈਂਬਰ ਕਵੇ, ਤੁਹਾਡੀ ਬਾਡੀ ਨੂੰ ਨਹੀਂ ਪਤਾ, ਤੁਹਾਡੀ ਬਾਡੀ ਨੂੰ ਇਹ ਪਤਾ ਕਿ ਮੈਂ ਡੇਂਜਰ 'ਚ, ਮੈਂ ਖਤਰੇ 'ਚ ਹੈ। ਇਹ ਮਾਨਸਿਕ ਖਤਰਾ, ਇਹ ਸਰੀਰਕ ਖਤਰਾ ਨਹੀਂ, ਪਰ ਇੱਕ ਮਾਨਸਿਕ ਖਤਰਾ, ਕਿਉਂਕਿ ਉਹ ਰਿਸ਼ਤੇ ਦੀ ਅਸੀਂ ਸੋਸ਼ਲ ਐਨੀਮਲ ਆ, ਅਸੀਂ ਗਰੁੱਪ 'ਚ ਸਰਵਾਈਵ ਕਰਦੇ ਆ। ਫਿਰ ਉਹ ਸ਼ਾਂਤੀ ਭੰਗ ਕਰ ਦਿੰਦਾ। ਪਰ ਜੇ ਗੱਲ ਸ਼ਾਂਤੀ ਦੀ ਕਰਦੇ ਆ, ਜਿਹੜੀ ਪੀਸ ਆਫ ਮਾਈਂਡ ਆ, ਇੱਕ ਦਿਨ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਕਹਿ ਰਹੇ ਸਨ ਕਿ ਸਰੀਰ 'ਚ ਕੋਈ ਦਰਦ ਨਾ ਹੋਵੇ, ਮੈਂਟਲ ਕੋਈ ਡਿਸਟਰਬ ਨਾ ਹੋਵੇ, ਤੇ ਫਿਰ ਬੰਦਾ ਖੁਸ਼ ਆ। ਹੁਣ ਜਿਹੜੀ ਮੈਂਟਲ ਡਿਸਟਰਬੈਂਸ ਆ, ਉਹ ਤੁਹਾਡੀ ਅੰਦਰੂਨੀ ਸ਼ਾਂਤੀ ਭੰਗ ਕਰਦੀ ਹੈ। ਅੰਦਰੂਨੀ ਸ਼ਾਂਤੀ ਨੂੰ ਮੇਨਟੇਨ ਕਰਨ ਲਈ ਕਿ ਕੋਈ ਵੀ ਚੀਜ਼ ਉਸ 'ਤੇ ਅਸਰ ਨਾ ਕਰੇ। ਜਿਹੜੇ ਲੋਕ ਭਗਤੀ ਪੂਜਾ ਦੇ ਵਿੱਚ ਨੇ, ਉਹ ਕਹਿੰਦੇ ਜੀ ਭਗਤੀ ਨਾਲੇ ਹੋ ਸਕਦਾ। ਕਈ ਤੁਹਾਡੇ ਵਰਗੇ ਜਿਹੜੇ ਮਨੋਵਿਗਿਆਨੀ ਪੜ੍ਹੇ ਲਿਖੇ ਨੇ, ਉਹ ਕਹਿੰਦੇ ਕਿ ਜੇ ਤੁਹਾਨੂੰ ਆਹ ਗੱਲਾਂ ਪਤਾ ਨੇ, ਤੁਸੀਂ ਪ੍ਰੈਕਟਿਸ ਕਰਦੇ ਹੋ, ਡੋਂਟ ਰਿਸਪੌਂਡ ਟੂ ਥੀਸ ਥਿੰਗਸ, ਜਾਂ ਹੋਰ ਉਹਨਾਂ ਦੇ ਕਈ ਫਾਰਮੂਲੇ ਹੈਗੇ ਆ। ਤੁਸੀਂ ਕਿਸ ਦੇ ਕਾਇਲ ਹੋ ਵੀ ਕੀ ਕੀਤਾ ਜਾਣਾ ਚਾਹੀਦਾ ਹੈ ਕਿ ਤੁਹਾਡੀ ਮਨ ਦੀ ਸ਼ਾਂਤੀ ਨਾ ਭੰਗ ਹੋਵੇ? ਮਿਸਟਰ ਥਿੰਨ, ਦੇਖੋ, ਇੱਕ ਵਰਕ ਇਨ ਪ੍ਰੋਗਰੈਸ ਹੈ। ਇੱਕ ਰਾਤ ਦੀ ਪ੍ਰੋਸੈਸ ਨਹੀਂ ਹੈਗੀ ਕਿ ਅਸੀਂ ਰਾਤ ਨੂੰ ਤੇ ਸਵੇਰ ਮਾਰਨਿੰਗ ਹੁੰਦੇ ਸਾਡੇ ਸਾਰਾ ਠੀਕ ਹੋ ਜਾਊਗਾ ਤੇ ਸਾਡਾ ਸ਼ਾਂਤੀ ਕਨਸਟੈਂਟ। ਅਸੀਂ ਇੱਕ ਇਨਸਾਨ, ਇੱਕ ਹਿਊਮਨ ਬੀਇੰਗ ਆ, ਅਸੀਂ ਸੈਂਸਿਟਿਵ ਪੀਪਲ ਆ, ਅਸੀਂ ਸੈਂਸਿਟਿਵ ਕ੍ਰੀਚਰ ਆ। ਆਲੇ ਦੁਆਲੇ ਦੀਆਂ ਚੀਜ਼ਾਂ ਸਾਨੂੰ ਇੰਪੈਕਟ ਕਰਨੀਆਂ, ਪਰ ਕਿੰਨੀ ਛੇਤੀ ਅਸੀਂ ਬਾਉਂਸ ਕਰਦੇ ਆ ਇਹ ਚੀਜ਼ ਤੇ ਅਸੀਂ ਕਰਨਾ। ਹਾਂ, ਹੋ ਸਕਦਾ ਕਈ ਲੋਕ 2 ਮਿੰਟ 'ਚ ਬਾਉਂਸ ਕਰ ਲੈਣ, ਜਿਹੜੀ ਕਈ ਚੀਜ਼ਾਂ ਨੂੰ ਲੋਕਾਂ ਨੂੰ 2 ਹਫ਼ਤੇ ਲੱਗ ਸਕਦੇ ਨੇ, ਕਈ ਲੋਕਾਂ ਨੂੰ ਉਹੀ ਚੀਜ਼ ਦੇ 2 ਸਾਲ ਲੱਗ ਸਕਦੇ ਨੇ। ਸੋ ਅਸੀਂ ਬਾਉਂਸ ਕਿੰਨੀ ਬੈਕ ਛੇਤੀ ਆਪਦੇ ਨਾਰਮਲ ਲੈਵਲ ਤੇ, ਆਪਦੀ ਬੇਸ ਲਾਈਨ ਤੇ ਬਾਉਂਸ ਬੈਕ ਕਰਕੇ ਕਿੰਨੀ ਛੇਤੀ ਆਉਣੇ ਆ, ਉਹ ਮੈਟਰ ਕਰਦਾ। ਤੁਸੀਂ ਫॉर ਐਗਜ਼ਾਮਪਲ, ਜਿਹੜਾ ਇੱਕ ਲੈਂਸ ਦੀ ਅਸੀਂ ਆਪਦੇ ਆਪ ਤੇ ਕੰਮ ਕਰਨਾ, ਕੋਈ ਇੱਕ ਇਨਸਾਨ ਖੜਾ ਵਾ ਤੇ ਉਦੋਂ ਕਾਫੀ ਦੂਰ ਤੇ 2 ਇਨਸਾਨ ਆਪਸ 'ਚ ਗੱਲਾਂ ਕਰ ਰਹੇ ਨੇ, ਉਹਦੇ ਵੱਲ ਵੇਖ ਕੇ ਤੇ ਹੱਸ ਰਹੇ ਨੇ। ਤੇ ਹੁਣ ਜਿਹੜਾ ਇੱਕ ਨੈਗੇਟਿਵਿਟੀ ਵਾਲਾ ਲੈਂਸ ਆ, ਜਿਹੜਾ ਆਪਦੇ ਆਪ ਤੇ ਬਹੁਤ ਸੈਲਫ ਕ੍ਰਿਟੀਕਲ ਆ, ਉਹ ਸੋਚੂਗਾ ਕਿ ਮੇਰੀਆਂ ਗੱਲਾਂ ਕਰ ਰਹੇ ਨੇ, ਕੋਈ ਉਹਨਾਂ ਨੇ ਮੇਰੇ 'ਚ ਕੋਈ ਨੈਗੇਟਿਵ ਚੀਜ਼ ਦੇਖੀ, ਜਾਂ ਇਹਨਾਂ ਨੂੰ ਕੋਈ ਮੇਰੇ ਬਾਰੇ ਨੈਗੇਟਿਵ ਚੀਜ਼ ਪਤਾ ਲੱਗੀ, ਤੇ ਹੁਣ ਮੇਰੇ ਤੋਂ ਇਹ ਗੱਲ ਕਰ ਰਹੇ ਕਿ ਨਫ਼ਰਤ ਕਿੰਨੀ ਕਰਦੇ ਨੇ। ਸੋ ਉਹ ਇੱਕ ਪੋਜ਼ਿਟਿਵ ਲੈਂਸ ਵਾਲਾ ਲੈ ਲਓ ਤੇ ਉਹ ਕਹੂਗਾ ਕਿ ਸ਼ਾਇਦ ਹੋ ਸਕਦਾ ਮੇਰੀ ਚੰਗੀ ਗੱਲ ਹੀ ਕਰਦੇ ਹੋ, ਮੈਂ ਮੁਸਕਾਨ ਲਿਆ ਰਿਹਾ ਉਹਨਾਂ ਦੇ ਫੇਸ ਤੇ, ਮੇਰੇ ਵੱਲ ਵੇਖ ਰਹੇ ਨੇ, ਹੋ ਸਕਦਾ ਮੇਰੀ ਚੰਗੀ ਗੱਲ ਹੋ ਜਾਵੇ। ਐਂਡ ਤੀਸਰਾ ਹੋ ਸਕਦਾ ਕਿ ਕੋਈ ਇੱਕ ਨਿਊਟਰਲ ਹੋਵੇ। ਪਰ ਤੁਸੀਂ ਦੇਖੋ ਕਿ ਸ਼ਾਂਤੀ ਕਿਹਨੇ ਭੰਗ ਕੀਤੀ? ਸਾਡੇ ਆਪ ਦੇ ਅੰਦਰ ਦੇ ਲੈਂਸ ਨੇ ਸ਼ਾਂਤੀ ਭੰਗ ਕੀਤੀ। ਅਸੀਂ ਕਿਸ ਤਰੀਕੇ ਨਾਲ, ਕਿਸ ਨਜ਼ਰੀਏ ਨਾਲ ਉਸ ਐਕਸਪੀਰੀਅੰਸ ਨੂੰ ਦੇਖਿਆ, ਐਂਡ ਉਹ ਨਜ਼ਰੀਆ ਅਸੀਂ ਪੋਲਿਸ਼ ਕਰਨਾ ਵਾ। ਐਵਰੀ ਡੇ ਸਾਨੂੰ ਕੋਸ਼ਿਸ਼ ਕਰਨੀ ਪੈਣੀ ਕਿ ਉਹ ਨਜ਼ਰੀਆ ਸਾਡਾ ਪੋਲਿਸ਼ ਹੁੰਦਾ ਰਵੇ। ਐਂਡ ਜਦੋਂ ਤੱਕ ਸਾਡਾ ਉਹ ਨਜ਼ਰੀਆ ਪੋਲਿਸ਼ ਹੁੰਦਾ ਰਹੂਗਾ, ਜਿਹੜੇ ਸਾਨੂੰ ਬਾਹਰਲੇ ਐਕਸਪੀਰੀਅੰਸਸ ਉਹ ਕਲੈਰਿਟੀ 'ਚ ਦਿਖਣਗੇ, ਨਾ ਕਿ ਸਾਡੇ ਆਪ ਦੇ ਜਿਹੜੀ ਕ੍ਰਿਟੀਕਲ ਜਾਂ ਅਸੀਂ ਸੈਲਫ ਜਜਮੈਂਟ ਕਰਦੇ ਹਾਂ ਉਹਦੇ ਥਰੂ ਦਿਖਣਗੇ। ਹੁਣ ਜਿਹੜੇ ਸ਼ਾਂਤੀ ਭੰਗ ਕਰਨ ਦੇ ਐਕਸਪਰਟ ਮਰਦ ਔਰਤਾਂ ਨੇ ਕਿ ਸ਼ਾਂਤੀ ਕਿਸੇ ਦੀ ਕਿਵੇਂ ਭੰਗ ਕਰਨੀ ਹੈ, ਇਹਦੇ ਵੀ ਐਕਸਪਰਟ ਹੈਗੇ ਆ, ਔਰ ਇਹੋ ਜਿਹੀ ਗੱਲ ਕਰ ਦਿੰਦੇ ਆ, ਉਹ ਤੁਹਾਡਾ ਲੈਂਸ ਜਿੰਨਾ ਮਰਜ਼ੀ ਪੋਜ਼ਿਟਿਵ ਤੇ ਮੋਟਾ ਹੋਵੇ,
ਰਾਤ ਨੂੰ ਅਗਲਾ ਉਸਲ ਵੱਟੇ ਲੈਂਦਾ ਰਹਿੰਦਾ, ਸੌਣ ਨਹੀਂ ਦਿੰਦੇ। ਕਿਉਂ? ਕੋਈ ਇਹੋ ਜਿਹੀ ਗੱਲ ਕਰ ਦੇਣੀ ਆ ਜਿਹਦੇ ਨਾਲ ਤੁਹਾਡੀ ਮਨ ਦੀ ਸ਼ਾਂਤੀ ਭੰਗ ਕਰ ਦੇਣੀ ਆ ਉਹਨਾਂ ਨੇ। ਕੋਈ ਇਹੋ ਜਿਹੀਆਂ ਟਿਪਸ ਦਿਓ ਕਿ ਜੋ ਮਰਜ਼ੀ ਕੋਈ ਕਹੀ ਜਾਵੇ, ਤੁਹਾਡੇ ਮਨ ਦੀ ਸ਼ਾਂਤੀ ਭੰਗ ਨਾ ਹੋ। ਦੇਖੋ ਮਿਸਟਰ ਤਿੰਨ, ਸ਼ਾਂਤੀ ਭੰਗ ਹੋਣ ਤਾਂ ਸ਼ਾਇਦ ਅਸੀਂ ਨਹੀਂ ਰੋਕ ਸਕਦੇ, ਕਿਉਂਕਿ ਇੱਕ ਲੰਮਾ ਸਫ਼ਰ ਹੈ। ਬਿਕਾਜ਼ ਮੈਂ ਲਿਸਨਰਸ ਨੂੰ ਇਦਾਂ ਕਰਨਾ ਨਹੀਂ ਮੰਗਦੀ, ਬਿਕਾਜ਼ ਸ਼ਾਂਤੀ ਟਾਈਮ ਟੂ ਟਾਈਮ ਰਿਸ਼ਤਿਆਂ ਦੇ ਵਿੱਚ ਭੰਗ ਹੋਊਗੀ। ਜੇ ਤੁਸੀਂ ਬੱਚੇ ਆ, ਜੇ ਇੱਕ ਪ੍ਰੋਪਰ ਸਿਸਟਮ 'ਚ ਤੁਸੀਂ ਰਹਿ ਰਹੇ ਆ, ਇਨਸਾਨ ਹੋਣ ਦਾ ਮਤਲਬ ਹੀ ਇਹ ਹੈ ਕਿ ਇਹ ਐਕਸਪੀਰੀਅੰਸ ਜ਼ਿੰਦਗੀ ਦਾ ਹੋਣਾ ਤੁਹਾਡਾ। ਪਰ ਹਾਂ, ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਦਿਨ ਬੇ ਦਿਨ, ਜਿਵੇਂ ਅਸੀਂ ਐਕਸਰਸਾਈਜ਼ ਕਰਦੇ ਹਾਂ, ਕਿ ਅਸੀਂ ਫੋਰ ਐਗਜ਼ਾਮਪਲ ਜੇ ਅਸੀਂ ਰੋਜ਼ ਐਕਸਰਸਾਈਜ਼ ਕਰਦੇ ਹਾਂ ਤਾਂ ਸਾਡਾ ਇਮਿਊਨਿਟੀ ਬੈਟਰ ਹੁੰਦੀ ਆ, ਸਾਡੀ ਬਾਡੀ ਬੈਟਰ ਹੁੰਦੀ ਆ। ਪਰ ਉਹ ਇੱਕ ਦਿਨ 'ਚ ਨਹੀਂ ਹੁੰਦੀ, ਉਹ ਰੋਜ਼ ਅਸੀਂ ਜੇ ਕੋਈ ਕੰਸਿਸਟੈਂਸੀ ਪ੍ਰੈਕਟਿਸ ਕਰਦੇ ਹਾਂ। ਸੋ ਉਹਦੇ ਟਿਪਸ ਅਸੀਂ ਦੱਸ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਜਿਹੜਾ ਅੰਦਰ ਦਾ ਸਾਡਾ ਸੈਲਫ ਲਵ ਆ ਉਹ ਕਿਵੇਂ ਡਿਵੈਲਪ ਕਰਨਾ। ਐਂਡ ਜਿਹੜਾ ਤੁਸੀਂ ਕਹਿ ਰਹੇ ਕਿ ਜੀ ਹਾਂ, ਅਸੀਂ ਹਮੇਸ਼ਾ ਸੋਚਦੇ ਕਿ ਲੋਕ ਸਾਡੀ ਸ਼ਾਂਤੀ ਭੰਗ ਕਰਦੇ ਆ, ਕਿਉਂਕਿ ਅਸੀਂ ਆਪਦੇ ਅੰਦਰ ਜਾ ਕੇ ਸੋਚਦੇ ਕਿ ਇਹ ਜ਼ਖਮ ਸਾਡੇ ਹੈ ਵਾ। ਸੋ ਫੋਰ ਐਗਜ਼ਾਮਪਲ ਜੇ ਕਿਸੇ ਨੂੰ ਕੋਈ ਇਹ ਕਹਿ ਦੇਵੇ ਕਿ ਤੇਰੀ ਤੂੰ ਥੋੜਾ ਮੰਕੀ ਵਾਂਗੂ ਲੱਗਦਾ, ਤੇ ਉਹ ਹੱਸਣ ਲੱਗ ਜੂ ਉੱਚੀ, ਬਿਕਾਜ਼ ਆਪਾਂ ਨੂੰ ਸੱਚ ਪਤਾ, ਉਹਨੂੰ ਪਤਾ ਕਿ ਮੈਂ ਇੱਕ ਇਨਸਾਨ ਆ, ਵੀ ਮੰਕੀ ਦਾ ਮਜ਼ਾਕ ਕਰ ਰਿਹਾ ਹੋਣਾ ਵਾ। ਤੇ ਜੇ ਆਪਾਂ ਕਿਸੇ ਨੂੰ ਉਸੇ ਇਨਸਾਨ ਨੂੰ ਇਹ ਕਹਿ ਦਈਏ ਕਿ ਤੂੰ ਤਾਂ ਪਾਗਲ ਆ, ਤੇ ਬੜੀ ਛੇਤੀ ਉਹਦਾ ਕੱਪੜਿਆਂ 'ਚੋਂ ਬਾਹਰ ਨਿਕਲ ਆਉਂਦਾ ਕਿ ਵੀ ਮੈਂ ਨਹੀਂ ਹੈਗਾ, ਮੈਨੂੰ ਏਦਾਂ ਕਿਹਾ ਕਿਵੇਂ? ਬਿਕਾਜ਼ ਉਹ ਜਿਹੜੀ ਕ੍ਰਿਟੀਕਲ ਤੇ ਸੈਲਫ ਜਜਮੈਂਟ ਆ, ਉਹ ਉਹਦੇ ਅੰਦਰ ਵੀ ਐਗਜ਼ਿਸਟ ਕਰਦੀ ਹੈ। ਜਿਹੜਾ ਇਨਸਾਨ ਸਿਰਫ ਜ਼ਰੀਆ ਬਣਿਆ ਹੋਊਗਾ ਤੁਹਾਨੂੰ ਗੱਲ ਕਹਿੰਦਾ, ਪਰ ਉਹ ਦਿਮਾਗ ਦੀਆਂ ਗੱਲਾਂ ਜਿਹੜੀਆਂ ਕਿਸੇ ਨੇ ਤੁਹਾਡੇ ਕਹੀਆਂ, ਉਹ ਤੁਹਾਡੇ ਮਨ 'ਚ ਵੀ ਪਹਿਲਾਂ ਆਈਆਂ ਹੋਈਆਂ। ਰਾਈਟ? ਮੋਸਟ ਆਫ ਦਾ ਟਾਈਮ ਤੁਸੀਂ ਦੇਖੋ ਕਿ ਜਿਹੜੇ ਕਿਸੇ ਇਨਸਾਨ ਨੇ ਤੁਹਾਨੂੰ ਗੱਲ ਕਹੀ ਜਿਹਦਾ ਤੁਹਾਨੂੰ ਦੁੱਖ ਲੱਗਿਆ, ਇਹ ਚੀਜ਼ ਦਾ ਦੁੱਖ ਤੁਹਾਨੂੰ ਕਿਤੋਂ ਹੋਰ ਵੀ ਲੱਗਿਆ ਹੋਊਗਾ। ਤੁਸੀਂ ਆਪਦੇ ਦਿਮਾਗ ਦੇ ਵਿੱਚ ਵੀ ਇਹ ਸੋਚੀ ਹੋਊਗੀ ਪਹਿਲਾਂ, ਐਂਡ ਉਹਨੇ ਸਿਰਫ ਕਨਫਰਮ ਕੀਤਾ ਵਾ। ਸੋ ਅੱਜ ਅਸੀਂ ਗੱਲ ਕਰਾਂਗੇ ਮਿਸਟਰ ਤਿੰਨ ਕਿ ਜਿਹੜਾ ਇੱਕ ਸੈਲਫ ਲਵ ਉਸ ਨੂੰ ਡਿਵੈਲਪ ਕਿਵੇਂ ਕਰ ਸਕਦੇ। ਸੋ ਸਭ ਤੋਂ ਪਹਿਲਾਂ ਕਿ ਤੁਸੀਂ ਆਪਣੇ ਮਿਸਟਰ ਤਿੰਨ ਨੂੰ ਰਿਸਰਚ ਮੰਨਦਾ ਸੀ ਦੂਸਰਿਆਂ ਨੂੰ ਹਮਦਰਦੀ ਦੇਣ 'ਚ ਬਹੁਤ ਵਧੀਆ ਵਾ, ਪਰ ਆਪਦੇ ਆਪ ਨੂੰ ਹਮਦਰਦੀ ਦੇਣ 'ਚ ਸਾਡਾ 0 ਲੈਵਲ। ਦੂਸਰੇ ਲੋਕਾਂ ਨਾਲ ਅਸੀਂ ਹਮਦਰਦੀ, ਦੂਸਰੇ ਲੋਕ ਦੁੱਖ 'ਚ ਹੁੰਦੇ ਤੇ ਅਸੀਂ ਉਹਨਾਂ ਦਾ ਦੁੱਖ ਵੰਡਾਈਦਾ, ਕਹੀਦਾ ਕੋਈ ਨਹੀਂ। ਪਰ ਆਪਣੇ ਆਪ ਨਾਲ ਹਮਦਰਦੀ ਪ੍ਰਗਟ ਕਰਨੀ ਚਾਹੀਦੀ ਹੈ। ਜੀ ਹਾਂ। ਫਿਰ ਉਹ ਕਿਤੇ ਇਹ ਤਾਂ ਨਹੀਂ ਹੋ ਜਾਏਗਾ ਆਪਣੇ ਆਪ ਤੇ ਤਰਸ ਖਾ ਰਹੇ ਹੋ ਤੁਸੀਂ, ਸੈਲਫ ਪਿਟੀ ਚਲੇਗੀ। ਐਂਡ ਮਿਸਟਰ ਤਿੰਡੇ ਦੀ ਆਪਾਂ ਗੱਲ ਕਰਾਂਗੇ ਕਿ ਆਪਦੇ ਆਪ ਨਾਲ ਜਿਹੜਾ ਸੈਲਫ ਕੰਪੈਸ਼ਨ ਉਹ ਕੀ ਚੀਜ਼ ਹੁੰਦੀ ਹੈ। ਸੈਲਫ ਕੰਪੈਸ਼ਨ, ਸੈਲਫ ਪਿਟੀ ਨਹੀਂ ਜੀ, ਨਹੀਂ, ਸੈਲਫ ਕੰਪੈਸ਼ਨ। ਸੋ ਇਹਦੀ ਐਗਜ਼ਾਮਪਲ ਮੈਂ ਤੁਹਾਨੂੰ ਇਹ ਦੇ ਸਕਦੀ ਕਿ ਤੁਸੀਂ ਬਹੁਤ ਕਿਸੇ ਨੂੰ ਪਿਆਰ ਕਰਦੇ ਹੋ ਐਂਡ ਉਹ ਇਨਸਾਨ ਬੜੀ ਦੁੱਖਦਾਇਕ ਸਿਚੁਏਸ਼ਨ 'ਚ ਆ, ਤੇ ਤੁਸੀਂ ਕਿਸ ਤਰੀਕੇ ਨਾਲ ਉਹਦੇ ਨਾਲ ਗੱਲਾਂ ਕਰੋਗੇ? ਤੁਸੀਂ ਉਹਨੂੰ ਕ੍ਰਿਟਿਸਾਈਜ਼ ਕਰੋਗੇ, ਕ੍ਰਿਟੀਕਲ ਬਣੋਗੇ, ਜਾਂ ਤੁਸੀਂ ਉਹਨੂੰ ਹਮਦਰਦੀ ਭਾਵਨਾਵਾਂ ਨਾਲ ਗੱਲਾਂ ਕਰੋਗੇ? ਹੁਣ ਨਾਲੇ ਕਹਿੰਦੇ ਕਿ ਵੀ ਨਜ਼ਰ ਬਦਲੋ ਤਾਂ ਨਜ਼ਾਰੇ ਬਦਲ ਜਾਣਗੇ, ਸੋਚ ਬਦਲੋ ਤਾਂ ਸਿਤਾਰੇ ਬਦਲ ਜਾਣਗੇ। ਇਹ ਵੀ ਇਸ ਕਿਸਮ ਦੀ ਗੱਲ ਚੱਲਦੀ ਹੈ ਕਿ ਕਿਸ਼ਤੀ ਬਦਲਣ ਲਈ ਜ਼ਰੂਰਤ ਨਹੀਂ ਹੈ, ਰਸਤਾ ਬਦਲੋ ਤਾਂ ਕਿਨਾਰੇ ਬਦਲ ਜਾਣਗੇ। ਜੇ ਤੁਸੀਂ ਆਪਣੀ ਸੋਚ ਚੇਂਜ ਕਰ ਲੈਂਦੇ ਹੋ, ਉਹਦੇ ਨਾਲ ਸਭ ਕੁਝ ਬਦਲ ਸਕਦਾ। ਜੀ ਹਾਂ। ਸੋ ਫੋਰ ਐਗਜ਼ਾਮਪਲ ਜਿਵੇਂ ਤੁਸੀਂ ਇਸ ਫਰੈਂਡ ਨੂੰ ਜਾਂ ਜਿਹੜਾ ਤੁਹਾਡੇ ਪਿਆਰ ਕਰਨ ਵਾਲਾ ਉਹਨੂੰ ਤੁਸੀਂ ਹਮਦਰਦੀ ਦਿੰਦੇ ਹੋ, ਐਂਡ ਤੁਸੀਂ ਦੇਖਿਓ ਵੀ ਤੁਸੀਂ ਬੜੇ ਚੰਗੇ ਦੋਸਤ ਬਣਦੇ ਹੋ, ਤੁਸੀਂ ਹਮਦਰਦੀ ਦਿੰਦੇ ਹੋ, ਬੜੇ ਚੰਗੇ ਚੰਗੇ ਸ਼ਬਦ ਕਹਿੰਦੇ ਹੋ। ਤੁਸੀਂ ਜਾ ਕੇ ਉੱਥੇ ਐ ਨਹੀਂ ਕਹਿੰਦੇ ਕਿ ਇਹ ਤਾਂ ਤੂੰ ਪਾਗਲ ਆ, ਇਹ ਤਾਂ ਤੇਰਾ ਹਰ ਵਾਰੀ ਇਹੀ ਕੰਮ ਹੁੰਦਾ ਵਾ। ਅਸੀਂ ਚੰਗੇ ਦੋਸਤ ਆ, ਹੋ ਸਕਦਾ ਕੋਈ ਬੁਰਾ ਵੀ ਦੋਸਤ ਹੋਵੇ, ਜੇ ਅਸੀਂ ਚੰਗੇ ਦੋਸਤ ਆ ਤੇ ਅਸੀਂ ਹਮਦਰਦੀ ਭਾਵਨਾਵਾਂ ਨਾਲ ਅਗਲੇ ਦਾ ਦੁੱਖ ਬੈਠ ਕੇ ਸੁਣਾਂਗੇ, ਐਂਡ ਬੈਠ ਕੇ ਸੁਣ ਕੇ ਅਸੀਂ ਉਹਨੂੰ ਕਹਾਂਗੇ ਕਿ ਅਸੀਂ ਤੇਰੇ ਨਾਲ ਆ। ਇਹ ਜ਼ਿੰਦਗੀ ਨਾਲ ਸਭ ਨਾਲ ਹੁੰਦਾ, ਇਹ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਦੁੱਖ। ਅੱਜ ਤੂੰ ਫੀਲ ਕੀਤਾ, ਕੱਲ ਨੂੰ ਮੈਂ ਫੀਲ ਕਰੂੰਗਾ, ਪਰਸਨ ਕੋਈ ਹੋਰ ਫੀਲ ਕਰੂਗਾ। ਇਹ ਇੱਕ ਹੈਗਾ ਚੰਗਾ ਹਮਦਰਦ ਦੋਸਤ। ਪਰ ਇਹੀ ਗਲਤੀ ਜੇ ਸਾਡੇ ਤੋਂ ਆਪਦੇ ਆਪ ਤੋਂ ਹੋਵੇ, ਅਸੀਂ ਆਪਦੇ ਆਪ ਨੂੰ ਕਿਹੜੇ ਹਮਦਰਦੀ ਸ਼ਬਦ ਕਹਿੰਦੇ ਆ? ਆਪਦੇ ਮਨ ਦੇ ਵਿੱਚ ਆਪਦੇ ਆਪ ਨੂੰ ਕਿਹੜੀ ਹਮਦਰਦੀ ਦਿੰਦੇ ਆ? ਅਸੀਂ ਕੀ ਦਿੰਦੇ ਆ? ਅਸੀਂ ਵੀ ਇਨਸਾਨ ਆ, ਸਾਨੂੰ ਆਪਦੇ ਆਪ ਤੋਂ ਵੀ ਹਮਦਰਦੀ ਆਉਣੀ ਚਾਹੀਦੀ ਹੈ, ਪਰ ਇਹ ਸਾਨੂੰ ਸਿਖਾਇਆ ਨਹੀਂ ਕਿਸੇ ਨੇ। ਸਾਨੂੰ ਤਾਂ ਸਿਖਾਇਆ ਇਹ ਵੀ ਹੈ, ਜਿਸ ਨੂੰ ਤੁਸੀਂ ਦੱਸ ਰਹੇ ਹੋ ਕਿ ਜਿਹੜਾ ਤੁਹਾਡਾ ਰੀਅਲ ਦੋਸਤ ਆ, ਉਹ ਕਹਿੰਦੇ ਵੀ ਉਹਨੂੰ ਚੰਗੀਆਂ ਗੱਲਾਂ ਨਾ ਉਹਦੀਆਂ ਦੱਸੋ, ਸਗੋਂ ਉਹਦੀ ਨੁਕਤਾਚੀਨੀ ਕਰੋ ਵੀ ਆਹ ਵੀ ਤੇਰੇ 'ਚ ਮਾੜੀ ਆ, ਆਹ ਵੀ ਤੇਰੇ 'ਚ ਮਾੜੀ ਆ। ਜਿਹੜਾ ਮਾੜੀ ਉਹਦੀ ਗੱਲਾਂ ਉਹਨੂੰ ਦੱਸਦਾ, ਉਹੀ ਉਹਦਾ ਅਸਲੀ ਦੋਸਤ ਆ। ਕਹਿੰਦੇ ਹੁਣ ਤਾਂ ਇਹ ਸਿਖਾਇਆ ਗਿਆ। ਮਿਸਟਰ ਟੈਂਡ, ਅਸੀਂ ਸੋਚਦੇ, ਸਾਨੂੰ ਲੱਗਦਾ ਕਿ ਜਿਹੜਾ ਸੈਲਫ ਕ੍ਰਿਟੀਕਲ ਆ ਨਾ, ਜੇ ਅਸੀਂ ਬੱਚਿਆਂ ਤੇ ਵੀ ਸੈਲਫ ਕ੍ਰਿਟਿਸਾਈਜ਼ ਕਰਾਂਗੇ ਤੇ ਉਹ ਜ਼ਿਆਦਾ ਵਧਣਗੇ, ਉਹ ਮੋਟੀਵੇਟ ਜ਼ਿਆਦਾ ਹੋਣਗੇ। ਸਾਡੀ ਐਕਚੁਅਲੀ ਜਿਹੜੀ ਸੋਚਣੀ ਆ ਇਸੇ ਕਰਕੇ ਜਿਹੜੇ ਮਾਂ-ਬਾਪ ਆ ਉਹ ਆਪਣੇ ਬੱਚਿਆਂ ਨੂੰ ਬੜੀ ਛੋਟੀ ਉਮਰ ਤੋਂ ਕ੍ਰਿਟਿਸਾਈਜ਼ ਕਰਦੇ ਜਦੋਂ ਗਲਤੀਆਂ ਕਰਦੇ ਆ। ਐਂਡ ਐਜ਼ ਅ ਬੱਚਾ ਕੀ ਲਰਨ ਕਰਦਾ? ਗਲਤੀਆਂ ਕਰਨਾ ਬੁਰੀ ਚੀਜ਼ ਹੈ।
ਗਲਤੀਆਂ ਕਰਨ ਦਾ ਮਤਲਬ ਲੋਕ ਮੈਥੋਂ ਦੂਰ ਜਾਣਗੇ, ਗਲਤੀਆਂ ਕਰਨ ਦਾ ਮਤਲਬ ਮੈਂ ਬੇਕਾਰ ਇਨਸਾਨ ਹਾਂ, ਜਦ ਕਿ ਗਲਤੀ ਕਰਨ ਦਾ ਮਤਲਬ ਸਾਨੂੰ ਇਹ ਸਿਖਾਉਣਾ ਪੈਣਾ ਵੀ ਗਲਤੀ ਇੱਕ ਹਿਊਮਨ ਐਕਸਪੀਰੀਅੰਸ ਆ, ਇੱਕ ਇਨਸਾਨੀ ਤਜਰਬਾ ਵਾ ਗਲਤੀ। ਐਂਡ ਗਲਤੀਆਂ ਦਾ ਮਤਲਬ ਹੈ ਅਸੀਂ ਕੁਝ ਸਿੱਖਣਾ, ਪਰ ਸਾਨੂੰ ਆਪਣੇ ਬਚਪਨ 'ਚ ਟ੍ਰੇਨਿੰਗ ਨਹੀਂ ਮਿਲਦੀ। ਇਸ ਕਰਕੇ ਜਦੋਂ ਅਸੀਂ ਗਲਤੀਆਂ ਕਰਦੇ ਹਾਂ ਅਸੀਂ ਸ਼ਰਮਸਾਰ ਮਹਿਸੂਸ ਕਰਦੇ, ਅਸੀਂ ਲੋਕਾਂ ਤੋਂ ਲੁਕਦੇ ਹਾਂ, ਆਪਦੇ ਆਪ ਨੂੰ ਵੀ ਲੁਕਾਉਂਦੇ ਹਾਂ ਅਸੀਂ ਲੋਕਾਂ ਤੋਂ। ਕਿਉਂ? ਕਿਉਂਕਿ ਬਚਪਨ 'ਚ ਜਦੋਂ ਅਸੀਂ ਗਲਤੀ ਕੀਤੀ ਇਹੋ ਜਿਹੀ ਸਾਨੂੰ ਟ੍ਰੀਟਮੈਂਟ ਮਿਲੀ, ਤੇ ਉਹੀ ਟ੍ਰੀਟਮੈਂਟ ਫਿਰ ਅਸੀਂ ਆਪਦੇ ਆਪ ਨੂੰ ਦਿੰਦੇ ਹਾਂ। ਸੋ ਇਸੇ ਕਰਕੇ ਮਿਸਟਰ ਥਿੰਦ ਅਸੀਂ ਬੈਕ ਪੈਰੈਂਟਿੰਗ ਤੇ ਜਾਂਦੇ ਹਾਂ ਕਿ ਜਦੋਂ ਸਾਡਾ ਬੱਚਾ ਗਲਤੀ ਕਰਦਾ ਉਹ ਕਿਸ ਤਰੀਕੇ ਨਾਲ ਕ੍ਰਿਟਿਸਿਜ਼ਮ ਨੂੰ ਮਿਲਦਾ, ਤੁਸੀਂ ਕਿਸ ਤਰੀਕੇ ਨਾਲ ਉਹਨੂੰ ਕ੍ਰਿਟਿਸਾਈਜ਼ ਕਰਦੇ ਹੋ, ਤੁਸੀਂ ਉਹ ਗਲਤੀ ਨੂੰ ਇਹ ਦੱਸਦੇ ਆ ਕਿ ਇੱਕ ਹਿਊਮਨ ਤਜਰਬਾ, ਇੱਕ ਹਿਊਮਨ ਐਕਸਪੀਰੀਅੰਸ ਆ, ਜਾਂ ਤੁਸੀਂ ਉਹਨੂੰ ਇਹ ਦੱਸਦੇ ਆ ਕਿ ਇਹ ਇੱਕ ਬੁਰੀ ਚੀਜ਼ ਆ, ਇਹ ਤੈਨੂੰ ਇੱਕ ਬੁਰਾ ਇਨਸਾਨ ਬਣਾਉਂਦੀ ਆ, ਐਂਡ ਇਹ ਤੈਨੂੰ ਇੱਕ ਰਿਸ਼ਤਿਆਂ ਤੋਂ ਦੂਰ ਲੈ ਕੇ ਜਾਂਦੀ ਆ, ਹੁਣ ਤੂੰ ਬੇਕਾਰ। ਸਾਨੂੰ ਇਹ ਵੀ ਗੱਲ ਦੱਸੋ ਜੀ ਅਖੀਰ ਦੇ ਵਿੱਚ ਵੀ ਆ ਵੈਲੈਂਟਾਈਨ ਦਾ ਦਿਨ ਆ ਗਿਆ, ਹੁਣ ਪਿਆਰ ਦੇ ਇਜ਼ਹਾਰ ਤੇ ਪਿਆਰ ਦੀਆਂ ਬਹੁਤ ਗੱਲਾਂ ਬਾਤਾਂ ਚੱਲਣੀਆਂ ਨੇ। ਇਸ ਦੇ ਵਿੱਚ ਇਹ ਗੱਲ ਚੱਲਦੀ ਆ ਕਿ ਜਿਹੜਾ ਨਿਊਟਨ ਦਾ ਇੱਕ ਲਾ ਸੀ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ ਦਾ, ਉਹ ਕਹਿੰਦੇ ਪਿਆਰ ਤੇ ਫਿੱਟ ਨਹੀਂ ਹੁੰਦਾ। ਬਹੁਤ ਸਾਰੇ ਲੋਕ ਆ ਵਨ ਸਾਈਡਡ ਪਿਆਰ ਹੀ ਕਰੀ ਜਾਂਦੇ ਆ, ਲਵ ਵਨ ਸਾਈਡਡ ਆ, ਦੂਸਰੀ ਸਾਈਡ ਤੋਂ ਰਿਸਪੌਂਸ ਹੀ ਨਹੀਂ ਆਉਂਦਾ ਕੋਈ, ਪਰ ਉਹ ਫਿਰ ਵੀ ਉਹਨਾਂ ਨੂੰ ਪਿਆਰ ਕਰੀ ਜਾਂਦੇ ਆ। ਰੀਅਲੀ ਮਨੋਵਿਗਿਆਨਕ ਤੌਰ ਦੇ ਉੱਤੇ ਜੇ ਤੁਸੀਂ ਦੇਖਦੇ ਹੋ, ਤੁਸੀਂ ਕਿਸੇ ਨੂੰ ਵਨ ਸਾਈਡਡ ਪਿਆਰ ਕਰ ਸਕਦੇ ਹੋ? ਮਿਸਟਰ ਥਿੰਦ ਦੇਖੋ, ਪਿਆਰ ਜਿਵੇਂ ਤੁਸੀਂ ਕਿਹਾਗਾ ਕਿ ਇੱਕ ਜੇ ਇਕੁਅਲ ਤੇ ਆਪੋਜ਼ਿਟ ਰਿਐਕਸ਼ਨ, ਜ਼ਰੂਰ ਉਹਨਾਂ ਨੂੰ ਰਿਐਕਸ਼ਨ ਮਿਲ ਰਿਹਾ ਵਾ। ਰਿਜੈਕਸ਼ਨ ਇਜ਼ ਅ ਰਿਐਕਸ਼ਨ, ਜੇ ਕੋਈ ਉਹਨਾਂ ਨੂੰ ਰਿਜੈਕਟ ਕਰ ਰਿਹਾ ਉਹ ਰਿਐਕਸ਼ਨ ਆ, ਇਟਸ ਨਾਟ। ਸੋ ਹੁੰਦਾ ਕੀ ਆ ਕਿ ਮੋਸਟ ਆਫ ਦਾ ਟਾਈਮ ਜਿਹੜੇ ਲੋਕ ਵਨ ਸਾਈਡਡ ਲਵ ਤੁਸੀਂ ਕਹਿੰਦੇ ਆ, ਮੇ ਬੀ ਇੱਕ ਕਿਸੇ ਦਿਨ ਆਈ ਥਿੰਕ ਇੱਕ ਬਹੁਤ ਵੱਡਾ ਟੌਪਿਕ ਆਪਦੇ ਆਪ ਦੇ ਵਿੱਚ ਕਿਸੇ ਦਿਨ ਆਪਾਂ ਗੱਲ ਕਰਾਂਗੇ ਦਾ ਸਾਈਕੋਲੋਜੀਕਲ ਬੇਸ ਦੇ ਵਿੱਚ। ਪਰ ਜਿਹੜੀ ਆਪਾਂ ਹੁਣ ਐਕਚੁਅਲੀ ਉਹ ਰਿਐਕਸ਼ਨ, ਜਿਹੜੀ ਇੱਕ ਰਿਜੈਕਸ਼ਨ ਆ ਉਹ ਇੱਕ ਰਿਐਕਸ਼ਨ ਆ, ਐਂਡ ਕਈ ਲੋਕ ਉਹ ਰਿਐਕਸ਼ਨ ਦੇ ਸਾਨੂੰ ਐਂ ਲੱਗਦਾ ਕਿ ਅਸੀਂ ਚਾਹੁੰਦੇ ਕਿ ਅਸੀਂ ਰਿਜੈਕਸ਼ਨ ਮਹਿਸੂਸ ਨਹੀਂ ਕਰਨੀ, ਪਰ ਅਸੀਂ ਅਡਿਕਟਡ ਹੁੰਦੇ ਉਹ ਰਿਜੈਕਸ਼ਨ ਮਹਿਸੂਸ ਕਰਨ ਦੇ। ਜਿਵੇਂ ਸਾਨੂੰ ਪਤਾ ਸ਼ਰਾਬ ਸਾਡੇ ਲਈ ਚੰਗੀ ਨਹੀਂ ਪਰ ਅਸੀਂ ਪੀਂਦੇ ਹਾਂ, ਜਿਵੇਂ ਸਾਨੂੰ ਪਤਾ ਡਰੱਗ ਸਾਡੇ ਲਈ ਚੰਗੀ ਨਹੀਂ ਪਰ ਫਿਰ ਵੀ ਅਸੀਂ ਉਹਨਾਂ ਚੀਜ਼ਾਂ ਵੱਲ ਜਾਂਦੇ ਹਾਂ। ਇਵੇਂ ਹੀ ਜਦੋਂ ਕੋਈ ਇਨਸਾਨ ਸਾਨੂੰ ਬਾਰ-ਬਾਰ ਰਿਜੈਕਟ ਕਰਦਾ ਐਂਡ ਅਸੀਂ ਉਹਦੇ ਵੱਲ ਜਾਂਦੇ ਹਾਂ, ਐਂਡ ਇਹ ਆਪਾਂ ਕਿਸੇ ਹੋਰ ਸੈਸ਼ਨ ਦੇ ਵਿੱਚ ਗੱਲ ਕਰਾਂਗੇ ਕਿ ਉਹਨਾਂ ਦੀ ਜਿਹੜੀ ਮਾਨਸਿਕ ਸਥਿਤੀ ਆ ਉਹ ਕਿਸ ਚੀਜ਼ ਤੇ ਅਡਿਕਟ ਹੋਈ ਹੁੰਦੀ ਆ। ਸੋ ਰਿਐਕਸ਼ਨ ਉਹਨਾਂ ਨੂੰ ਮਿਲ ਰਿਹਾ which is rejection. It's not without reaction. Rejection ਮਿਲ ਰਿਹਾ ਵਾ ਪਰ reaction ਉਹਨਾਂ ਨੂੰ different ਮਿਲ ਰਿਹਾ ਵਾ, ਜਿਹੜਾ ਕਿ ਉਹਨਾਂ ਨੂੰ different reaction ਚਾਹੀਦਾ, right? So ਇਹ ਹੈ ਨਿਊਟਨ ਦਾ, ਜਿਵੇਂ ਤੁਸੀਂ ਕਿਹਾ ਥਰਡ ਲਾ, ਕਿ of course ਜੇ ਉਹ ਕੋਈ ਵੀ ਕਰਦੇ ਤੇ ਰਿਐਕਸ਼ਨ ਮੂਹਰੋਂ ਆਉਂਦਾ। ਰਿਐਕਸ਼ਨ ਮੂਹਰੋਂ ਨਾ ਬੋਲਣਾ ਵੀ ਰਿਐਕਸ਼ਨ ਆ, ਜਦੋਂ ਕੋਈ ਨਹੀਂ ਬੋਲਦਾ ਉਹ ਵੀ ਤਾਂ ਰਿਐਕਸ਼ਨ ਆ, ਰਾਈਟ? ਸੋ ਜਦੋਂ ਕੋਈ ਰਿਜੈਕਟ ਵੀ ਕਰਦਾ ਉਹ ਵੀ ਰਿਐਕਸ਼ਨ ਆ। ਬਾਕੀ ਐਂਡ ਤੇ ਆਈ ਥਿੰਕ ਮਿਸਟਰ ਥਿੰਦ ਆਪਾਂ ਥੋੜਾ ਕਵਰ ਕਰਨਾ ਚਾਹੁੰਦੀ ਸੀ ਕਿ ਮੈਂ ਟੈਕਨੀਕਸ ਥੋੜੀਆਂ ਦੇਣੀਆਂ ਚਾਹੁੰਦੀ ਸੀ ਕਿ ਜਿਹੜੀਆਂ ਸੈਲਫ ਲਵ ਦੇ ਵਿੱਚ ਅਸੀਂ ਡਿਵੈਲਪ ਕਰ ਸਕੀਏ, ਬਿਕਾਜ਼ ਕਈ ਵਾਰ ਅਸੀਂ ਕਹਿ ਦਿੰਦੇ ਕਿ ਆਪਦੇ ਆਪ ਨੂੰ ਪਿਆਰ ਕਰਨਾ, ਪਰ ਸਾਨੂੰ ਪਤਾ ਨਹੀਂ ਲੱਗਦਾ ਵੀ ਕਿੱਥੋਂ ਸਟਾਰਟ ਕਰੀਏ, ਆਪਦੇ ਆਪ ਨੂੰ ਪਿਆਰ ਕਿਸ ਤਰੀਕੇ ਨਾਲ ਕਰੀਏ। ਸੋ ਮੇ ਬੀ ਜਿਹੜੇ ਸਾਡੇ ਲਿਸਨਰ ਆ ਉਹ ਪੇਪਰ ਪੈਨ ਲੈ ਕੇ ਲਿਖ ਵੀ ਸਕਦੇ ਆ ਐਂਡ ਅਪਲਾਈ ਕਰ ਸਕਦੇ ਆ, ਐਂਡ ਜੇ ਉਹ ਅਪਲਾਈ ਕਰਨਗੇ ਆਈ ਐਮ ਸ਼ੋਰ 100% ਕਿ ਉਹਨਾਂ ਦੀਆਂ ਲਾਈਫ ਦੇ ਵਿੱਚ ਕੰਮ ਆਉਣਗੀਆਂ ਚੀਜ਼ਾਂ ਤੇ ਉਹਨਾਂ ਦੀ ਲਾਈਫ ਬਦਲੂਗੀ। ਸੋ ਫਰਸਟ ਆਫ ਆਲ ਤਾਂ ਜਦੋਂ ਵੀ ਤੁਹਾਡਾ ਇੱਕ ਕੋਈ ਇਮੋਸ਼ਨਲ ਐਕਸਪੀਰੀਅੰਸ ਤੁਹਾਡੇ ਅੰਦਰ ਆ ਰਿਹਾ ਵਾ, ਲੈਟਸ ਸੇ ਫਰਸਟ੍ਰੇਸ਼ਨ ਆ ਰਿਹਾ, ਡਿਸਅਪੁਆਇੰਟਮੈਂਟ ਆ ਰਹੀ ਆ, ਐਂਗਰ ਆ ਰਹੀ ਆ, ਬਹੁਤ ਲੋਕੀ ਆਪਦੇ ਆਪ ਨੂੰ ਕ੍ਰਿਟਿਸਾਈਜ਼ ਕਰਦੇ ਕਿ ਇਹ ਚੀਜ਼ਾਂ ਮੇਰੇ 'ਚ ਕਿਉਂ ਆ ਰਹੀਆਂ। ਉਹਨਾਂ ਨੂੰ ਕ੍ਰਿਟਿਸਾਈਜ਼ ਕਰਨ ਦੀ ਬਜਾਏ ਜੇ ਤੁਸੀਂ ਆਪਣੇ ਅੰਦਰ ਉਹਨਾਂ ਨੂੰ ਮਹਿਸੂਸ ਕਰਨਾ ਸਿੱਖੋ, ਇੱਕ ਸੈਲਫ ਕੰਪੈਸ਼ਨ ਦਾ ਫਰਸਟ ਆ। ਫੋਰ ਐਗਜ਼ਾਮਪਲ ਜੇ ਤੁਹਾਡੀ ਇੱਕ ਫਰੈਂਡ ਰੋ ਰਹੀ ਆ, ਤੁਸੀਂ ਐਂ ਤਾਂ ਨਹੀਂ ਕਹੋਗੇ ਕਿ ਜੇ ਤੂੰ ਮੇਰੀ ਫਰੈਂਡ ਬਣਨਾ ਤੂੰ ਰੋ ਨਹੀਂ ਸਕਦੀ, ਤੂੰ ਲਾਈਫ ਦੇ ਵਿੱਚ ਕਦੇ ਨਹੀਂ ਰੋ ਸਕਦੀ ਕਿ ਨਹੀਂ। ਜਦੋਂ ਤੁਹਾਡਾ ਕੋਈ ਫਰੈਂਡ ਰੋਂਦਾ ਵਾ ਜਾਂ ਤੁਹਾਡਾ ਕੋਈ ਫਰੈਂਡ ਫਰਸਟ੍ਰੇਸ਼ਨ ਹੁੰਦਾ ਵਾ, ਤੁਸੀਂ ਉਹਦੀ ਭਾਵਨਾਵਾਂ ਦੇ ਵਿੱਚ ਬਹਿੰਦੇ ਹੋ, ਤੁਸੀਂ ਉਹਦੀ ਭਾਵਨਾ ਨੂੰ ਅੰਡਰਸਟੈਂਡ ਕਰਦੇ ਹੋ, ਤੁਸੀਂ ਉਹਦੇ ਨਾਲ ਰਹਿੰਦੇ ਹੋ। ਪਰ ਉਹੀ ਚੀਜ਼ਾਂ ਜੇ ਸਾਡੇ ਵਿੱਚ ਆਉਂਦੀਆਂ, ਜੇ ਅਸੀਂ ਕਹਿੰਦੇ ਰੋਂਦੇ ਹਾਂ, ਅਸੀਂ ਆਪਦੇ ਆਪ ਨੂੰ ਕ੍ਰਿਟਿਸਾਈਜ਼ ਕਰਦੇ, ਮੈਂ ਰੋ ਕਿਉਂ ਰਿਹਾ ਵਾਂ, ਮੈਨੂੰ ਫਰਸਟ੍ਰੇਸ਼ਨ ਕਿਉਂ ਆ, ਮੈਨੂੰ ਗੁੱਸਾ ਆ ਰਿਹਾ ਵੀ ਮੈਨੂੰ ਗੁੱਸਾ ਕਿਉਂ ਆ ਰਿਹਾ ਵਾ, ਗੁੱਸੇ ਤੇ ਗੁੱਸਾ ਆ ਰਿਹਾ ਵਾ, ਰਾਈਟ? ਸੋ ਇਹ ਚੀਜ਼ ਬੜੀ ਜ਼ਰੂਰੀ ਹੈ ਕਿ ਸੈਲਫ ਕੰਪੈਸ਼ਨ ਦੀ, ਕਿ ਅਸੀਂ ਆਪਦੀਆਂ ਜਿਹੜੀਆਂ ਸਾਡੇ ਅੰਦਰ ਇਮੋਸ਼ਨਸ ਆਉਂਦੀਆਂ ਆਪਦੇ ਆਪ ਨੂੰ ਇਜਾਜ਼ਤ ਦਈਏ ਮਹਿਸੂਸ ਕਰਨ ਦੀ। ਜਿਵੇਂ ਅਸੀਂ ਕਿਸੇ ਪਿਆਰ ਵਾਲੇ ਨੂੰ ਦਿੰਦੇ ਹਾਂ, ਜਿਵੇਂ ਜਿਹਨੂੰ ਅਸੀਂ ਪਿਆਰ ਕਰਦੇ ਉਹਨੂੰ ਅਸੀਂ ਇਜਾਜ਼ਤ ਦਿੰਦੇ ਕਿ ਉਹਦਾ ਤੂੰ ਦੁੱਖ ਖੁੱਲ੍ਹ ਕੇ ਰੋ ਸਕਦਾ ਵਾ ਐਂਡ ਮੈਂ ਤੇਰੇ ਨਾਲ ਆ, ਉਵੇਂ ਅਸੀਂ ਆਪਣੇ ਲਈ ਵੀ ਉਹ ਚੀਜ਼ ਕਰੀਏ। ਸੈਕਿੰਡ ਇੱਕ ਚੀਜ਼ ਤੁਸੀਂ ਕਰ ਸਕਦੇ ਹੋ ਕਿ ਆਪਣੇ ਇੱਕ ਪੇਪਰ ਲੈ ਕੇ ਆਪਣੇ ਬਾਰੇ ਇੱਕ ਨੈਗੇਟਿਵ ਚੀਜ਼ ਲਿਖੋ ਜਿਹੜੀ ਤੁਹਾਨੂੰ ਲੱਗਦਾ ਕਿ ਮੇਰੇ 'ਚ ਬਹੁਤ ਬੁਰੀ ਆ। ਫੋਰ ਐਗਜ਼ਾਮਪਲ ਤੁਸੀਂ ਲਿਖ ਸਕਦੇ ਹੋ ਮੇਰਾ ਵੇਟ ਬਹੁਤ ਜ਼ਿਆਦਾ ਵਾ, ਮੇਰਾ ਰੰਗ ਕਾਲਾ ਵਾ, ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਲੱਗਦੀ ਆ, ਐਂਡ
ਫਿਰ ਤੁਸੀਂ ਇਹ ਇਮੇਜਿਨ ਕਰੋ ਲਿਖ ਕੇ ਕਿ ਕਿਹੜੀਆਂ ਭਾਵਨਾਵਾਂ ਚੀਜ਼ਾਂ ਤੁਹਾਡੇ ਅੰਦਰ ਲੈਂਦੇ ਫੋਰ ਐਗਜ਼ਾਮਪਲ ਜੇ ਤੁਸੀਂ ਇਹ ਮਹਿਸੂਸ ਕਰ ਰਹੇ ਹੋ ਕਿ ਮਾਂ ਨਹੀਂ ਚੰਗੀ ਆ, ਮੈਂ ਇੱਕ ਮਾਂ ਦੇ ਤੌਰ ਤੇ ਚੰਗਾ, ਜੋ ਵੀ ਤੁਸੀਂ ਲਿਖ ਸਕਦੇ ਹੋ ਉਹਨੂੰ ਇੱਕ ਇਮੋਸ਼ਨ ਲੈਵਲ ਤੁਹਾਡੇ ਇਮੋਸ਼ਨਸ ਆਉਗੀ। ਜੇ ਇਹੀ ਤੁਹਾਡਾ ਇੱਕ ਪਿਆਰ ਵਾਲੀ ਭੈਣ ਹੋਵੇ ਜਾਂ ਦੋਸਤ ਹੋਵੇ, ਤੁਸੀਂ ਉਹਨੂੰ ਕਿਸ ਤਰ੍ਹਾਂ ਸਮਝਾਵੋ? ਸੋ ਫਿਰ ਉਸੇ ਹੀ ਤਰੀਕੇ ਨਾਲ ਉਹਨੂੰ ਸਮਝਾਉਣਾ। ਥਰਡ ਮਿਸਟਰ ਤਿੰਡ ਕਿ ਜਦੋਂ ਇੱਕ ਸੈਲਫ ਟੱਚ, ਸਾਡੀ ਜਿਹੜੀ ਹਿਊਮਨ ਬੋਡੀ ਹੈ, ਸਾਡੀ ਸਕਿਨ ਹੈ, ਬਹੁਤ ਸੈਂਸਿਟਿਵ ਆਰਗਨ ਆ, ਜਿਹੜੀ ਇੱਕ ਟੱਚ ਆ ਨਾ ਉਹ ਸਾਡੇ ਨਰਵਸ ਸਿਸਟਮ ਨੂੰ ਕਾਮ ਕਰਦੀ ਆ, ਪਰ ਅਸੀਂ ਇਹ ਟੱਚ ਕਿਸੇ ਹੋਰ ਤੋਂ ਲੈਣੀ ਸਿੱਖੀ ਆ, ਆਪਦੇ ਆਪ ਨੂੰ ਦੇਣੀ ਨਹੀਂ ਸਿੱਖੀ। ਜਿਵੇਂ ਕਹਿੰਦੇ ਸੈਲਫ ਟੱਚ, ਅਸੀਂ ਕਹਿੰਦੇ ਬਹੁਤ ਲੋਕੀ ਐਂਬੈਰਸ ਫੀਲ ਕਰਦੇ ਆ, ਔਕਵਰਡ ਫੀਲ ਕਰਦੇ ਕਿ ਆਪਦੇ ਆਪ ਨੂੰ ਟੱਚ ਕਿਉਂ ਕਰਨਾ। ਪਰ ਜੇ ਤੁਸੀਂ ਜਿਹੜੀ ਇੱਕ ਸੈਲਫ ਟੱਚ ਆ ਉਹ ਸਾਨੂੰ ਸੂਦ ਕਰਦੀ, ਸਾਨੂੰ ਕਾਮ ਕਰਦੀ ਆ। ਤੁਸੀਂ ਬਹੁਤ ਕਈ ਵਾਰ ਕਲਾਇੰਟਾਂ ਨਾਲ ਮੈਂ ਕੰਮ ਕਰਦੀ ਹਾਂ, ਤੁਸੀਂ ਆਪਦੇ ਗੱਲਾਂ ਤੇ ਹੱਥ ਰੱਖ ਸਕਦੇ ਹੋ ਇੱਦਾਂ ਜਦੋਂ ਤੁਸੀਂ ਸਟ੍ਰੈਸ ਵਾਲੇ ਮੂਮੈਂਟ ਤੇ ਹੋ। ਬੇਸਿਕਲੀ ਜਦੋਂ ਤੁਹਾਡਾ ਕੋਈ ਬੱਚਾ ਸਟ੍ਰੈਸ ਵਾਲੇ ਮੂਮੈਂਟ 'ਚ ਜਾਂ ਤੁਸੀਂ ਕਿਵੇਂ ਉਹਨੂੰ ਹੱਗ ਕਰਦੇ ਹੋ, ਆਪਦੇ ਆਪ ਨੂੰ ਹੱਗ ਕਰ ਸਕਦੇ ਹੋ। ਬਹੁਤ ਲੋਕਾਂ ਨੂੰ ਅਸੀਂ ਕਹੀਦਾ ਕਿ ਤੁਸੀਂ ਆਪਦਾ ਹੱਥ ਦਿਲ ਤੇ ਰੱਖੋ ਐਂਡ ਫਿਰ ਮਸਾਜ ਕਰੋ, ਕਿਉਂਕਿ ਉਹ ਜਿਹੜੀ ਕਈ ਵਾਰ ਔਖੀਆਂ ਭਾਵਨਾਵਾਂ ਦੇ ਨਾਲ ਜੋ ਤੁਹਾਨੂੰ ਟੱਚ ਮਿਲਦੀ ਹੈ, ਚਾਹੇ ਤੁਹਾਨੂੰ ਆਪਣੀ ਮਿਲੇ ਚਾਹੇ ਕਿਸੇ ਹੋਰ ਦੀ ਮਿਲੇ, ਤੁਹਾਡੀ ਬੋਡੀ ਨੂੰ ਡਿਫਰੈਂਸ਼ੀਏਟ ਨਹੀਂ ਕਰਨਾ ਆਉਂਦਾ। ਅੱਛਾ ਜੀ ਹਾਂ। ਸੋ ਜਦੋਂ ਤੁਹਾਨੂੰ ਆਪਦੇ ਆਪ ਤੋਂ, ਪਰ ਅਸੀਂ ਆਪਦੇ ਆਪ ਨੂੰ ਟੱਚ ਨਹੀਂ ਕਰਦੇ। ਸੋ ਜਦੋਂ ਤੁਸੀਂ ਆਪਦੇ ਆਪ ਨੂੰ ਕਰਦੇ ਹੋ, ਤੁਹਾਡੀ ਬੋਡੀ ਤੁਸੀਂ ਦੇਖਿਓ ਜਿਹੜਾ ਨਰਵਸ ਸਿਸਟਮ ਆ ਉਹ ਕਾਮ ਹੋਣ ਲੱਗ ਜਾਊਗਾ। ਤੁਸੀਂ ਟਰਾਈ ਕਰਕੇ ਦੇਖਿਓ, ਜਿਹੜੇ ਸਾਡੇ ਲਿਸਨਰ ਘਰੇ ਟਰਾਈ ਕਰਕੇ ਦੇਖ ਸਕਦੇ, ਆਪਦੇ ਆਪ ਨੂੰ ਹੱਗ ਕਰਨਾ, ਆਪਦੇ ਆਪ ਦੀ ਮਿਰਰ ਦੇ ਵਿੱਚ ਬੈਠ ਕੇ ਆਪਦੇ ਆਪ ਨੂੰ ਚੰਗੀਆਂ ਐਫਰਮੇਸ਼ਨਸ ਕਰਨੀਆਂ ਕਿ ਆਈ ਲਵ ਯੂ, ਬਹੁਤ ਤੁਸੀਂ ਮਿਹਨਤ ਕਰਦੇ ਹੋ। ਐਂਡ ਜੇ ਤੁਸੀਂ ਕਈ ਵਾਰ ਫੇਲ ਵੀ ਹੁੰਦੇ ਹੋ ਤਾਂ ਵੀ ਮੈਂ ਤੁਹਾਨੂੰ ਇੱਥੇ ਅਨਕੰਡੀਸ਼ਨਲ ਪਿਆਰ ਆ, ਰਾਈਟ? ਇੱਥੇ ਤੁਸੀਂ ਅਨਕੰਡੀਸ਼ਨਲ ਪਿਆਰ ਕਰ ਸਕਦੇ ਹੋ ਕਿ ਜਿਹੜਾ ਇਨਸਾਨ ਮੂਹਰੇ ਮਿਰਰ ਦੇ ਵਿੱਚ ਖੜਾ, ਉਹਨੇ ਕਾਫੀ ਗਲਤੀਆਂ ਕੀਤੀਆਂ, ਉਹ ਗਲਤੀਆਂ ਦੇ ਬਾਵਜੂਦ ਵੀ ਤੁਸੀਂ ਉਹਨੂੰ ਦੋਨਾਂ ਹੱਥਾਂ ਨਾਲ ਐਕਸੈਪਟ ਕਰਨ ਲਈ ਤਿਆਰ ਹੋ। ਸੋ ਆਪਣੇ ਆਪ ਲਈ ਤੁਸੀਂ ਸੈਲਫ ਟੱਚ ਕਿਸੇ ਵੀ ਤਰੀਕੇ ਨਾਲ ਆਪਦੇ ਆਪ ਨੂੰ ਹੱਗ ਕਰਨਾ, ਆਪਦੇ ਆਪ ਦੀ ਸਕਿਨ ਤੇ ਜੈਂਟਲ ਟੱਚ, ਜਿਵੇਂ ਆਪਾਂ ਜੈਂਟਲ ਰਬ, ਉਹ ਸੂਦ ਕਰਦੀ ਹੈ ਸਾਡੇ ਨਰਵਸ ਸਿਸਟਮ ਨੂੰ। ਕਦੇ ਵੀ ਤੁਸੀਂ ਸਟ੍ਰੈਸ ਕਰੋ, ਇਹ ਕਰਕੇ ਦੇਖਿਓ ਤੇ ਤੁਹਾਨੂੰ ਮਹਿਸੂਸ ਅੰਦਰੋਂ ਆਰਾਮ ਮਹਿਸੂਸ ਹੋਣ ਲੱਗ ਜਾਊਗਾ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਕੌਰ ਗਿੱਲ ਜੀ, ਸ਼ੁਕਰੀਆ। ਥੈਂਕ ਯੂ ਮਿਸਟਰ। ਇਸ ਦਾ ਮਜ਼ਾਕ ਜ਼ੋਰ ਹੈ ਰੈਡ FM